ਜਸ ਟੀਵੀ ਦੇਖ ਰਹੇ ਹੋ ਤੁਸੀਂ। मैं KP ਸਿੰਘ टू द पॉइंट ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ CBI ਨੇ ਰਿਮਾਂਡ ਤੇ ਲੈ ਲਿਆ ਉਹਨਾਂ ਨੂੰ, ਜਾਂ ਇਹ ਮੰਨ ਕੇ ਚੱਲੋ ਕਿ ਅੱਧੀ ਸਰਕਾਰ ਹੈ ਜਿਹੜੀ ਉਹ CBI ਦੇ ਸ਼ਿਕੰਜੇ ਵਿੱਚ ਹੈ, ਕਿਉਂਕਿ ਮਨੀਸ਼ ਸਿਸੋਦੀਆ ਕੋਲੇ ਸਭ ਤੋਂ ਜ਼ਿਆਦਾ ਮਹਿਕਮੇ ਨੇ ਦਿੱਲੀ ਸਰਕਾਰ ਦੇ ਵਿੱਚ। ਤੇ ਮਨੀਸ਼ ਸਿਸੋਦੀਆ ਦੇ ਮੁੱਦੇ ਦੇ ਉੱਤੇ ਆਮ ਆਦਮੀ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਨੂੰ ਲਗਾਤਾਰ ਘੇਰਿਆ, ਜਾਣਬੁੱਝ ਕੇ ਕਹਿੰਦੇ ਸਾਡੇ ਆਗੂ ਨੂੰ ਫਸਾਇਆ ਜਾ ਰਿਹਾ। ਪ੍ਰੋਟੈਸਟ ਕੀਤੇ ਆ ਦੇਸ਼ ਭਰ ਦੇ ਵਿੱਚ, ਪਰ ਦਿੱਲੀ ਤੋਂ ਪੰਜਾਬ ਤੱਕ ਦੇ ਇਸ ਪ੍ਰੋਟੈਸਟ ਦੇ ਵਿਚਾਲੇ ਬਹੁਤ ਸਾਰੀ ਪੋਲਿਟਿਕਸ ਉਹਦੇ ਤੇ ਬੜੇ ਮਤਲਬ ਹੈਗੇ ਆ, ਉਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਆ। ਸਿਸੋਦੀਆ ਤੇ ਸਿਆਸੀ ਸੰਗਰਾਮ ਕਿਉਂ? ਵੱਡਾ ਸਵਾਲ ਜਿਹੜਾ ਅਸੀਂ ਪੁੱਛਣ ਜਾ ਰਹੇ ਹਾਂ, ਵੱਡਾ ਸਵਾਲ ਅਸੀਂ ਇਹ ਪੁੱਛਣ ਜਾ ਰਹੇ ਹਾਂ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ CBI ਦੀ ਕਾਰਵਾਈ ਜਾਂਚ ਏਜੰਸੀ ਦੀ ਕੀ ਦੁਰਵਰਤੋਂ ਹੈ, ਕਿਉਂਕਿ ਆਮ ਆਦਮੀ ਪਾਰਟੀ ਲਗਾਤਾਰ ਇਲਜ਼ਾਮ ਲਗਾ ਰਹੀ ਹੈ। ਇਸ ਸਵਾਲ ਤੇ ਬਹਿਸ ਹੋਵੇਗੀ। ਜਿਹੜਾ ਪੈਨਲ ਸਾਡੇ ਨਾਲ ਹੈ ਉਹਨਾਂ ਤੁਹਾਡਾ ਤਾਰਫ ਕਰਾਉਣੇ ਤੇ ਉਸ ਤੋਂ ਬਾਅਦ ਡਿਬੇਟ ਓਪਨ ਹੋ ਜਾਵੇਗੀ। ਮੇਜਰ RPS ਮਲਹੋਤਰਾ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਹੈ। ਮਿਸਟਰ ਮਲਹੋਤਰਾ ਤੁਹਾਡਾ ਬਹੁਤ ਸਵਾਗਤ ਹੈ। ਦੀਵਾਨ ਅਹਿਮਦ ਅਰੋੜਾ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ, ਦੀਵਾਨ ਜੀ ਤੁਹਾਡਾ ਬਹੁਤ ਸਵਾਗਤ ਹੈ। ਨਵੀਨ ਸਬਰਵਾਲ ਕਾਂਗਰਸ ਪਾਰਟੀ ਦੇ ਸਪੋਕਸਪਰਸਨ ਹੈ। ਨਵੀਨ ਸਬਰਵਾਲ ਤੁਹਾਡਾ ਬਹੁਤ ਸਵਾਗਤ ਹੈ। ਪ੍ਰੋਫੈਸਰ ਮਨਜੀਤ ਸਿੰਘ ਪੋਲੀਟੀਕਲ ਐਨਾਲਿਸਟ ਨੇ। ਪ੍ਰੋਫੈਸਰ ਮਨਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਮੇਜਰ ਮਲਹੋਤਰਾ ਸਭ ਤੋਂ ਪਹਿਲਾ ਸਵਾਲ ਤੁਹਾਨੂੰ ਕਰਨਾ ਚਾਹੂੰਗਾ। ਮੇਜਰ ਮਲਹੋਤਰਾ, ਤੁਹਾਨੂੰ ਕਿਉਂ ਲੱਗਦਾ ਹੈ ਕਿ CBI ਦੀ ਦੁਰਵਰਤੋਂ ਹੋਈ ਹੈ? ਮਿਸਟਰ ਮਲਹੋਤਰਾ देखो KP जी, ਸਾਡੇ ਕੋਲ ਇਤਿਹਾਸ ਹੈਗਾ ਕਿ 5000 ਤੋਂ ਉੱਪਰ ED ਦੇ ਕੇਸ ਹੋ ਗਏ। ਕੀ ਸਕਸੈਸ ਰੇਟ ਹੈਗਾ? ਔਰ ਭਾਜਪਾ ਦੇ ਇੱਕ ਵੀ ਲੀਡਰ ਤੇ ਨਹੀਂ ਹੋਇਆ। ਜਿਹੜੀਆਂ ਵਿਰੋਧੀ ਪਾਰਟੀਆਂ ਨੇ ਸਿਰਫ ਉਹਨਾਂ ਦੇ ਲੀਡਰਾਂ ਤੇ ਕਿਉਂ ਹੁੰਦਾ ਹੈ? ਔਰ ਇੱਕ ਬੜਾ ਵੱਡਾ ਪੁਆਇੰਟ ਇੱਥੇ ਇਹ ਹੈ ਕਿ ਦੇਖੋ, ਆਮ ਆਦਮੀ ਪਾਰਟੀ ਜਿਹੜੀ ਹੈ ਉਹ ਦੇਸ਼ ਦੇ ਲੋਕਾਂ ਲਈ ਕੰਮ ਕਰ ਰਹੀ ਹੈ, ਦੇਸ਼ ਦੇ ਲੋਕਾਂ ਦਾ ਜੀਵਨ ਪੱਧਰ ਉੱਤੇ ਚੱਕਣ ਲਈ ਕੰਮ ਕਰ ਰਹੀ ਹੈ। ਔਰ ਭਾਜਪਾ ਜਿਹੜੀ ਹੈ ਇਹ ਸਿਰਫ ਪੂੰਜੀਪਤੀਆਂ ਲਈ ਕੰਮ ਕਰ ਰਹੀ ਹੈ, ਉਹਨਾਂ ਦੇ ਇਸ਼ਾਰੇ ਤੇ ਕੰਮ ਕਰਦੀ ਹੈ, ਉਹਨਾਂ ਲਈ ਨੀਤੀਆਂ ਬਣਾਉਂਦੀ ਹੈ। ਲੱਖਾਂ ਕਰੋੜ ਉਹਨਾਂ ਨੂੰ ਦੇਤਾ। ਔਰ ਰਿਜ਼ਲਟ ਇਹ ਹੈ ਕਿ ਦੇਸ਼ ਦੀ ਰਾਜਧਾਨੀ 3 ਵਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ। MCD ਆਮ ਆਦਮੀ ਪਾਰਟੀ ਦੀ ਹੋ ਗਈ। ਪਿਛਲੇ ਹਫਤੇ ਮੇਅਰ ਸਾਡਾ ਬਣ ਗਿਆ। ਪੰਜਾਬ ਵਿੱਚ ਭਾਜਪਾ ਤੇ ਫੱਟੀ ਪਹੁੰਚਦੀ ਅਸੀਂ। तो ਉਸ ਤੋਂ ਬੜੀ ਬੁਰੀ ਤਰ੍ਹਾਂ ਡਰੀ ਹੋਈ ਹੈ ਭਾਜਪਾ ਕਿ ਆਉਣ ਵਾਲੇ ਸਮੇਂ ਵਿੱਚ जिस तरीके ਦੀਆਂ ਲੋਕ ਪੱਖੀ ਨੀਤੀਆਂ ਆਮ ਆਦਮੀ ਪਾਰਟੀ ਲਾਗੂ ਕਰ ਰਹੀ ਹੈ, ਇਹਨਾਂ ਨੂੰ ਵੋਟ ਨਹੀਂ ਪੈਣੀ। ਔਰ ਮਿਸਟਰ ਮਲਹੋਤਰਾ ਮੇਰੇ ਬੜੇ ਸਿੱਧੇ ਸਵਾਲ ਹੁੰਦੇ ਆ ਸਰ, ਮੈਂ ਗੋਲ ਮੋਲ ਨਹੀਂ ਘੁੰਮਣਾ ਹੁੰਦਾ ਮੈਨੂੰ। ਮਲਹੋਤਰਾ ਸਾਹਿਬ, ਤੁਸੀਂ ਐਜੂਕੇਸ਼ਨ ਤੇ ਹੈਲਥ ਵਾਲੇ ਮਾਡਲ ਦਾ ਸ਼ੈਲਟਰ ਕਿਉਂ ਲੈਂਦੇ ਹੋ? ਤੁਸੀਂ ਮੁੱਦੇ ਤੇ ਕਿਉਂ ਨਹੀਂ ਆਉਂਦੇਗੇ? ਇਸ ਮੁੱਦੇ ਦੇ ਉੱਤੇ ਕੀ ਕਮਿਸ਼ਨ ਤੁਸੀਂ ਵਧਾਇਆ? ਸਿੱਧਾ ਸਵਾਲ ਹੈ। BJP ਇਹ ਸਵਾਲ ਕਰਦੀ ਹੈ। ਦੇਖੋ, ਸਾਡੀ ਪਾਰਟੀ ਨੇ ਜਾਂ ਸਾਡੀ ਪਾਰਟੀ ਦੇ ਕਿਸੇ ਵੀ ਲੀਡਰ ਨੇ ਕਿਸੇ ਤਰ੍ਹਾਂ ਦਾ ਕੋਈ ਭ੍ਰਿਸ਼ਟਾਚਾਰ ਨਹੀਂ ਕੀਤਾ। पॉलिसी की बनी है की नहीं बनी है वो हमेशा गवर्नमेंट का प्रेरोगेटिव रहता है। किथे घट कमीशन होना चाहिए, किथे वध होना चाहिए, उसके बेस ते असीं सरकार नूं करप्ट नहीं कह सकते, क्योंकि साडी जिहड़ी गवर्नेंस मॉडल हैगा वो कंसल्टेटिव गवर्नेंस हैगा। पंजाब विच भी तुसीं देखिआ असीं इंडस्ट्रीयल पॉलिसी बनाई, 1000 तो वध सजेशनस आए सी। असीं सारिਆਂ ਨੂੰ ਨਾਲ ਲੈ ਕੇ ਚੱਲਦੇ ਹਾਂ, सारिਆਂ ਦਾ पक्ष देखना ਹੁੰਦਾ है। सो उसके बेस ते चाहे कमीशन ਵਧਿਆ ਹੋਏ ਜਾਂ ਘਟਿਆ ਹੋਏ, उसके बेस ते असीं सरकार ਨੂੰ इल्जाम नहीं दे सकते। चलो ठीक है। ਦੀਵਾਨ ਅਰੋੜਾ, ਤੁਹਾਡੇ ਸਿੱਧਾ ਇਲਜ਼ਾਮ ਹੈ ਜਿਹੜਾ ਸਕਸੈਸ ਰੇਟ ਦੀ ਇਹ ਗੱਲ ਕਰਦੇ ਪਏ ਆ। ਹੁਣੇ ਪਿੱਛੇ ਜੇ ਪਾਰਲੀਮੈਂਟ ਵਿੱਚ ਵੀ ਤੁਸੀਂ ਇਹ ਡਾਟਾ ਰੱਖਿਆ ਸੀਗਾ, ਉਹਦੇ ਵੀ ਸਕਸੈਸ ਰੇਟ ਵਾਲਾ ਸਵਾਲ ਆਇਆ ਸੀਗਾ। ਦੀਵਾਨ ਜੀ, ਆਮ ਆਦਮੀ ਪਾਰਟੀ ਸਿੱਧਾ ਸਵਾਲ ਹੈ, ਤੁਹਾਡੇ ਕਿਸੇ ਲੀਡਰ ਤੇ ਕੋਈ ਕਾਰਵਾਈ ਨਹੀਂ, ਆਪੋਜੀਸ਼ਨ ਤੇ ਕਾਰਵਾਈ ਕਰਦੇ ਜਾਓ। ਦੇਖੋ, ਇਸ ਤਰ੍ਹਾਂ KP ਜੀ ਇਹ ਕਹਿ ਰਿਹਾ ਜੀ ਆਮ ਆਦਮੀ ਪਾਰਟੀ ਦੀ ਪਪੂਲੈਰਿਟੀ ਤੋਂ BJP ਡਰੀ ਹੋਈ ਹੈ। ਉਹ ਭਾਈ, ਪੰਜਾਬ ਦੇ ਵਿੱਚ ਤੁਹਾਡੇ ਕੋਲੋਂ ਤਾਂ ਗੈਂਗਸਟਰ ਨਹੀਂ ਡਰਦੇ, ਪੰਜਾਬ ਦੇ ਵਿੱਚ ਤੁਹਾਡੇ ਕੋਲੋਂ ਅੰਮ੍ਰਿਤਪਾਲ ਨਹੀਂ ਡਰਦਾ। ਅੱਜ ਵੀ 4 ਕਤਲ ਹੋ ਗਿਆ ਪੰਜਾਬ ਦੇ ਵਿੱਚ। ਦੀਵਾਨ ਜੀ, ਆਪਾਂ ਇਸ਼ੂ ਤੇ ਆ ਜਾਈਏ। ਦੀਵਾਨ ਜੀ, ਆਪਾਂ ਇਸ਼ੂ ਮੈਂ ਵੱਖਰੀ ਡਿਬੇਟ ਕਰ ਲੂੰਗਾ ਸਰ, ਮੈਨੂੰ ਕੋਈ ਦਿੱਕਤ ਨਹੀਂ। ਆਪਾਂ ਇਸ਼ੂ ਤੇ ਆ ਜਾਈਏ ਸਰ। ਮੁੱਖ ਦੀ ਗੱਲ ਇਹ ਹੈ KP ਜੀ ਕਿ ਇਹਨਾਂ ਨੇ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਕੀਤੀ ਪੰਜਾਬ 'ਚ, ਸਿਰਫ ਇੱਕ ਠੇਕੇਦਾਰ ਤੇ ਵਿਟਨੈਸ ਤੇ। ਇਹਨਾਂ ਨੇ ਭ੍ਰਿਸ਼ਟਾਚਾਰ ਸਾਬਿਤ ਕਰਕੇ ਭਾਰਤ ਭੂਸ਼ਣ ਆਸ਼ੂ ਨੂੰ ਇਹਨਾਂ ਨੇ ਅੰਦਰ ਕਰਤਾ। ਉਹ ਭਾਈ, ਇਸ ਮਾਮਲੇ ਦੇ ਵਿੱਚ ਸ਼ਰਾਬ ਘੁਟਾਲੇ ਦੇ ਮਾਮਲੇ ਦੇ ਵਿੱਚ ਸਮੀਰ ਮਹਿੰਦਰੂ ਜਿਹੜਾ ਕਿ ਮੇਨ ਮੁੱਖ ਆਰੋਪੀ ਹੈ, ਉਹ ਗਵਾਹੀ ਦੇ ਰਿਹਾ। ਦਿਨੇਸ਼ ਅਰੋੜਾ ਸਰਕਾਰੀ ਗਵਾਹ ਬਣ ਗਿਆ, ਉਹਦਾ ਸਟਿੰਗ ਆਪਰੇਸ਼ਨ ਆ ਗਿਆ TV ਤੇ ਕਿ ਲੋ ਜੀ ਇਹਨਾਂ ਨੇ 2% ਦੀ 12% ਕਮਿਸ਼ਨ ਕਰਕੇ 6% ਕਿੱਕਬੈਕ ਲੈ ਲਿਆ ਪਾਰਟੀ ਫੰਡ ਦੇ ਵਿੱਚ। ਸੋ ਇਸ ਤੋਂ ਉੱਪਰ ਇਸ ਤੋਂ ਵੱਡਾ ਵਿਟਨੈਸ ਔਰ ਭ੍ਰਿਸ਼ਟਾਚਾਰ ਕੀ ਹੋ ਸਕਦਾ? ਮੰਨ ਲਓ ਅੱਜ ਜੱਜ TV ਦੇ ਚੈਨਲ ਤੇ ਮੰਨ ਲਓ। ਦੂਸਰੀ ਗੱਲ ਇਹ ਹੈ ਕਿ ਇਹ ਕਹਿ ਰਿਹਾ ਜੀ ਆਪਣੇ ਮਨੀਸ਼ ਸਿਸੋਦੀਆ ਇਮਾਨਦਾਰ ਹੈ, ਆਮ ਆਦਮੀ ਪਾਰਟੀ ਕੱਟੜ ਇਮਾਨਦਾਰ ਹੈ। 5 ਜੁਲਾਈ 2021 ਨੂੰ
ਆਮ ਆਦਮੀ ਪਾਰਟੀ ਸਰਕਾਰ ਦੀ ਕੈਬਨਿਟ, ਦਿੱਲੀ ਦੀ ਕੈਬਨਿਟ ਨੇ ਇਹ ਸ਼ਰਾਬ ਪਾਲਿਸੀ ਜਿਹੜੀ ਹੈ ਉਹ ਨੋਟੀਫਿਕੇਸ਼ਨ ਜਾਰੀ ਕੀਤਾ। 1 ਮਹੀਨਾ ਪਹਿਲੇ 31 ਮਈ 2021 ਨੂੰ ਸਮੀਰ ਮਹਿੰਦੂ ਔਰ ਦਿਨੇਸ਼ ਅਰੋੜਾ ਔਰ ਜਿੰਨੇ ਸ਼ਰਾਬ ਕਾਰੋਬਾਰੀ ਆ ਉਹਨਾਂ ਨੂੰ ਮੈਸੇਜ ਜਾ ਰਿਹਾ ਇਹ ਸ਼ੀਟ ਜਾਰੀ ਹੈ ਪਾਲਿਸੀ ਦੀ, ਸ਼ਰਾਬ ਪਾਲਿਸੀ ਦੀ ਕਿ ਅਸੀਂ ਪਾਲਿਸੀ ਦੀਵਾਨ ਜੀ ਮੈਂ ਤੁਹਾਨੂੰ ਇੱਕ ਸਵਾਲ ਕਰ ਲਾਂ ਦੀਵਾਨ ਜੀ, ਮੈਂ ਤੁਹਾਨੂੰ ਸਵਾਲ ਕਰ ਲਾਂ, ਮੈਂ ਤੁਹਾਡੀ ਗੱਲ ਨੂੰ ਅੱਗੇ ਵਧਾਊਂਗਾ ਦੀਵਾਨ ਜੀ, ਤੁਹਾਡੀ ਗੱਲ ਨੂੰ ਅੱਗੇ ਵਧਾਊਂਗਾ ਦੀਵਾਨ ਜੀ। ਤੁਹਾਡੀ WhatsApp ਮੈਸੇਜ ਪਾਤੇ ਉਹ ਜਦੋਂ ਸ਼ਰਾਬ ਘੁਟਾਲੇ ਦੀ CBI ਜਾਂਚ ਹੋਈ ਤੇ ਉਹਨਾਂ ਨੇ ਮੋਬਾਈਲ ਫੋਨ ਨਸ਼ਟ ਕਰਤੇ, ਉਹ ਸਿਮ ਨਸ਼ਟ ਕਰਤੇ, 140 ਮੋਬਾਈਲ ਫੋਨ ਔਰ 140 ਸਿਮ ਜਿਹੜੇ ਆ ਉਹ ਨਸ਼ਟ ਹੋਏ ਆ। ਔਰ ਜਿਨ੍ਹਾਂ ਸ਼ਰਾਬ ਕਾਰੋਬਾਰੀ ਫੜੇ ਗਏ ਆ ਉਹ ਮੈਸੇਜ ਦਿਖਾ ਰਹੇ ਆ। ਚਲੋ ਯਾ ਦੇਖੋ ਜੀ ਸਾਨੂੰ ਦੀਵਾਨ ਜੀ ਮੈਂ ਇਸੇ ਟੌਪਿਕ ਤੇ ਰਹੂੰਗਾ ਜਿਹੜਾ ਸਵਾਲ ਤੁਸੀਂ ਚੱਕਦੇ ਪਏ ਦੀਵਾਨ ਜੀ। ਇਹ ਸਬ ਜੁਡੀਸ਼ੀਅਲ ਮੈਟਰ ਹੈ, ਮੈਂ ਜ਼ਿਆਦਾ ਡਿਟੇਲ ਵਿੱਚ ਨਹੀਂ ਜਾਊਂਗਾ ਪਰ ਜਿੰਨਾ ਕੁ ਜਾ ਸਕਦਾ ਉਹਨਾਂ ਕੁ ਜਾਊਂਗਾ। ਦੀਵਾਨ ਜੀ ਕੀ ਇਹ ਜਿਹੜੀ ਸ਼ਰਾਬ ਪਾਲਿਸੀ ਇਹਨਾਂ ਨੇ ਬਣਾਈ ਹੈ ਕੀ ਉਹਦੇ ਵਿੱਚ LG ਦੀ ਮੋਹਰ ਵੀ ਲੱਗੀ ਸੀ? ਦੇਖੋ ਇਹ ਕਹਿ ਰਿਹਾ ਜੀ ਕੰਸਲਟੇਟਿਵ, ਸਾਡੀ ਸਰਕਾਰ ਕੰਸਲਟੇਟਿਵ ਦਿੱਲੀ ਦੀ, ਉਹ ਭਾਈ ਇਹ ਕੇਂਦਰ ਸਰਕਾਰ ਕੋਲੋਂ ਅਨੁਮਤੀ ਲੈਣੀ ਹੁੰਦੀ ਹੈ। ਕੋਈ ਵੀ ਦਿੱਲੀ ਸਰਕਾਰ ਨੇ ਪਾਲਿਸੀ ਬਣਾਣੀ ਹੈ ਉਹਦੀ ਕੇਂਦਰ ਸਰਕਾਰ ਮੈਂ ਇੱਕ ਸਰ ਸਿੰਪਲ ਸਵਾਲ ਕਰ ਰਿਹਾ ਸਰ, ਇਹ ਦਲੀਲ ਰੱਖੀ ਗਈ ਆ ਉੱਥੇ ਕਿ ਕਿੰਦੀ ਮੋਹਰ ਲੱਗੀ ਸੀ ਸਰ, ਜਿਹੜੀ ਇਹਨਾਂ ਨੇ ਪਾਲਿਸੀ ਬਣਾਈ ਸੀ ਕਿੰਦੀ ਮੋਹਰ ਲੱਗੀ ਸੀ ਉਹ ਦੱਸ ਦਿਓ ਸਰ। ਨਹੀਂ ਇਹ ਕਹਿ ਰਹੇ ਆ ਕਿ ਅਸੀਂ ਐਲਜੀ ਕੋਲੋਂ ਅਸੀਂ ਪਰਮਿਸ਼ਨ ਲਈ, ਲੇਕਿਨ ਤੁਸੀਂ ਨਾਲ ਇਹਨਾਂ ਦੇ ਇਹ ਵੀ ਵਰਡ ਸੁਣੋ ਕਿ ਕੇਜਰੀਵਾਲ ਸਾਹਿਬ ਨੇ ਕਿਹਾ ਅਫਸਰ ਨੂੰ, ਇੱਕ ਅਫਸਰ ਨੇ ਗਵਾਹੀ ਕੀ ਦਿੱਤੀ ਹੈ ਕਿ ਅਫਸਰ ਕਹਿੰਦਾ ਸਾਨੂੰ ਕੇਜਰੀਵਾਲ ਨੇ ਕਿਹਾ ਕਿ ਤੁਸੀਂ ਅਸੀਂ ਪਾਲਿਸੀ ਤੁਹਾਨੂੰ ਦੇ ਦਿੱਤੀ ਬਣਾ ਕੇ ਤੁਸੀਂ ਇਹਨੂੰ ਲਾਗੂ ਕਰ ਦਿਓ। ਔਰ ਤੁਸੀਂ ਦੇਖੋਗੇ ਜਿਹੜਾ ਲੀਕ ਹੋਣਾ 1 ਮਹੀਨਾ ਪਹਿਲੇ ਪਾਲਿਸੀ ਦਾ, ਇਹ ਇਹਨਾਂ ਨੇ ਸ਼ਬਦ ਚੱਕੀ ਹੁੰਦੀ ਹੈ। ਗਵਰਨਰ ਜਿਹੜਾ ਵਾ ਸ਼ਬਦ ਚੁਕਾਉਂਦਾ ਮੰਤਰੀਆਂ ਨੂੰ, ਮੁੱਖ ਮੰਤਰੀ ਨੂੰ, TCM ਨੂੰ ਕਿ ਤੁਸੀਂ ਕੋਈ ਵੀ ਪਾਲਿਸੀ ਲੀਕ ਨਹੀਂ ਕਰਨੀ। ਚਲੋ ਇਹਨਾਂ ਨੇ 1 ਮਹੀਨਾ ਪਹਿਲੇ ਪਾਲਿਸੀ ਲੀਕ ਕਰਤੀ। ਚਲੋ ਮੈਂ ਵਾਪਸ ਆ ਜਾਊਂਗਾ ਦੀਵਾਨ ਜੀ ਵਾਪਸ ਆ ਜਾਊਂਗਾ। ਇੱਕ ਛੋਟਾ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆਊਂਗਾ। ਬਾਕੀ ਮੈਂ ਉਹਨਾਂ ਕੋਲ ਵੀ ਜਾਣਾ ਹੈ। ਸ਼ਰਾਬ ਘੁਟਾਲਾ ਇਹ ਕਥਿਤ ਹੈ ਜਾਂ ਘੁਟਾਲਾ ਹੈਗਾ ਉਹ ਸਬੂਤ ਤੈਅ ਕਰਨਗੇ, ਦਸਤਾਵੇਜ਼ ਤੈਅ ਕਰਨਗੇ ਤੇ 4 ਮਾਰਚ ਤੱਕ CBI ਕੀ ਕੁਛ ਕੰਗਾਲੇਗੀ। ਰਿਮਾਂਡ ਤੇ ਮਨੀਸ਼ ਸਿਸੋਦੀਆ, ਬਹੁਤ ਸਾਰੇ ਸਵਾਲ ਹੈ ਤੇ ਵਾਪਸ ਆ ਕੇ ਸਾਰੇ ਸਵਾਲ ਲੈਣ ਦੀ ਕੋਸ਼ਿਸ਼ ਕਰ ਰਿਹਾ। ਵਾਪਸ ਆ ਰਿਹਾ ਇੱਕ ਵਾਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਤੁਹਾਡੇ ਸਾਹਮਣੇ ਪਿਆ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ CBI ਦੀ ਕਾਰਵਾਈ ਕੀ ਜਾਂਚ ਏਜੰਸੀ ਦੀ ਦੁਰਵਰਤੋਂ ਹੈ, ਇਹ ਆਮ ਆਦਮੀ ਪਾਰਟੀ ਲਗਾਤਾਰ ਸਵਾਲ ਚੁੱਕਦੀ ਪਈ ਹੈ। ਨਵੀਨ ਸਬਰਵਾਲ ਤੁਸੀਂ ਵੀ ਹਮੇਸ਼ਾ ਕਹਿੰਦੇ ਰਹੇ ਹੋ ਕਿ ਜਾਂਚ ਏਜੰਸੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ, ਕੀ ਆਮ ਆਦਮੀ ਪਾਰਟੀ ਦੇ ਮਾਮਲੇ 'ਚ ਕਾਂਗਰਸ ਦਾ ਇਹੀ ਸਟੈਂਡ ਹੈ? मैं अपनी गल केपी जी सब तो पहले एक रात इंदौरी से शेर नाल शुरू करांगा जी। लगे कि आग तो आएंगे कई घर जग में, यहाँ सिर्फ हमारा मकान थोड़ी है। जदों राहुल गांधी जी के उत्ते इन्होंने वेंडेटा पॉलिसी लगाई सी अपना हैरन मामले विच, ਤਾਂ ਆਮ ਆਦਮੀ ਪਾਰਟੀ ਦਾ ਵੀ ਇਹੋ ਰੋਲ ਹੁੰਦਾ ਸੀ। ਇਹ ਦੋਨੋਂ ਪਾਰਟੀਆਂ ਨੇ ਪ੍ਰਜਾਤੰਤਰ ਦਾ ਬੇੜਾ ਗਰਕ ਕਰਤਾ। ਜਿੱਥੇ ਜਿਹਦੇ ਕੋਲ ਪਾਵਰ ਹੈ ਉਹ ਪਾਵਰ ਦਾ ਮਿਸਯੂਜ਼ ਕਰ ਰਿਹਾ। ਹੁਣ ਮਨੀਸ਼ ਸਿਸੋਦੀਆ ਜੀ ਅਰੈਸਟ ਹੋ ਗਏ ਹੈ, ਹੁਣ ਇਹਦੀ ਨਿਊਜ਼ ਹੈ ਅਰੈਸਟ ਹੋ ਗਏ ਹੈ ਤੇ ਪੂਰੀ ਇਹਨਾਂ ਨੇ ਪੰਜਾਬ ਤੇ ਦਿੱਲੀ ਮਤਲਬ ਹਾਹਾਕਾਰ ਮਚਾਤਾ। ਜਦੋਂ ਤੁਸੀਂ ਲੱਗਦੇ ਹੋ ਤੁਸੀਂ ਨੀਟ ਐਂਡ ਕਲੀਨ ਹੋ, ਕਰਨ ਦੋ CBI ਨੂੰ इंक्वायरी कर दो या अपनी इंक्वायरी कर दो। बाकी मैं गल करदा, पहले मैं पूछना चाहता आम आदमी पार्टी तो एक मिनट सब्बरवाल साहब पूछ लियो ना। सब्बरवाल साहब कौन रोकदा आम आदमी पार्टी तो पूछन नु? पूछ लियो ना, आधा स्टैंड तो स्पष्ट कर। एक मिनट सुन तो लो ना सर, सुन तो लो ना नवीन जी। ਤੁਸੀਂ ਕਹਿ ਰਹੇ ਹੋ ਕਿ ਪ੍ਰਜਾਤੰਤਰ ਦਾ ਬੇੜਾ ਗਰਕ ਕਰਤਾ ਦੋਨਾਂ ਪਾਰਟੀਆਂ ਨੇ, ਤੁਸੀਂ ਕਹਿ ਰਹੇ ਹੋ ਨਾ ਸਬਰਵਾਲ ਸਾਹਿਬ। ਮੇਰਾ ਸਵਾਲ ਹੈ ਤੁਸੀਂ ਆਪਣਾ ਸਟੈਂਡ ਤਾਂ ਸਪਸ਼ਟ ਕਰ ਦਿਓ ਨਾ, ਕੇਂਦਰੀ ਜਾਂਚ ਏਜੰਸੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਨਹੀਂ? ਉਸ ਤੋਂ ਬਾਅਦ ਅਗਲਾ ਸਵਾਲ ਲੂੰਗਾ ਮੈਂ। ਬਿਲਕੁਲ ਕੀਤੀ ਜਾ ਰਹੀ ਹੈ, ਪਰ ਜਿੱਥੇ ਇਹਨਾਂ ਕੋਲ ਪਾਵਰ ਹੈ ਇਹ ਵੀ ਉਹਦੀ ਦੁਰਵਰਤੋਂ ਕਰ ਰਹੇ। ਮੈਂ ਉਹਨਾਂ ਦਾ ਜਵਾਬ ਦੇਣਾ ਚਾਹ ਰਿਹਾ ਕਿ ਕਰਪਸ਼ਨ ਹੈ। ਜਦੋਂ ਮਨੀਸ਼ ਸਿਸੋਦੀਆ ਜੀ ਨੇ ਲੀਗਲ ਪਾਲਿਸੀ ਲੈ ਕੇ ਆਏ, ਜਦੋਂ ਉਹਦੇ ਵਿੱਚ ਕੋਈ ਫਲਾਸ ਨਹੀਂ ਸੀ ਤੇ ਉਹ ਵਾਪਸ ਕਿਉਂ ਲਿੱਤੀ? ਪਹਿਲਾ ਕੁਐਸਚਨ ਤੇ ਮੇਰਾ ਹੈਗਾ। ਦੂਜਾ ਜਿਹੜਾ ਐਕਸਾਈਜ਼ ਪਾਲਿਸੀ ਦੇ ਜਿਹੜੇ ਡਾਕੂਮੈਂਟਸ ਬਣਦੇ ਆ ਉਹਨਾਂ ਵਿੱਚ ਜਿਹੜੇ ਪਹਿਲਾ ਡਰਾਫਟ ਹੋਇਆ ਉਹਦੇ ਵਿੱਚ ਕਿਸੇ ਵੀ ਤਰੀਕੇ ਦੀ ਵੀ ਜਿਹੜੀਆਂ ਬਾਅਦ ਚ ਸੈਕੰਡਰੀ ਐਡ ਕੀਤੀਆਂ ਨਹੀਂ ਹੈ, ਓਨਲੀ ਇੱਕ WhatsApp ਦੇ ਥਰੂ ਕੀਤੀਆਂ ਗਈਆਂ। ਇਹਦੇ ਫਲਾਸ ਚ ਤੇ ਲੋਕ ਫਸੇ ਤੇ ਬੇਸਿਕਲੀ ਜਿਹੜੀ CBI ED ਇਹਦੀ ਦੁਰਵਰਤੋਂ ਦਾ ਮੈਂ ਤੁਹਾਨੂੰ ਉਦਾਹਰਨ ਦੇ ਦਿੰਦਾ। 2014 ਔਨਵਰਡ ਮੇਰੇ ਕੋਲ ਡਾਟਾ ਆਇਆ ਇਹਦੇ ਬਾਰੇ ਚ ਕਿ 2014 ਔਨਵਰਡ ਟੋਟਲ 121 ਕੇਸ ED ਨੇ ਦਰਜ ਕੀਤੇ ਹਨ, ਜਿਹਦੇ ਚ 115 ਸਿਰਫ ਵਿਰੋਧੀਆਂ ਤੇ ਹੈ, 6 BJP ਤੇ ਹੈ। ਔਰ ਜਿਹੜਾ CBI ਨੇ ਕੀਤੇ 124 ਕੇਸ ਦਰਜ ਕੀਤੇ ਹੈ, ਪੋਲੀਟੀਸ਼ੀਅਨ ਦੀ ਗੱਲ ਕਰ ਰਿਹਾ ਸਿਰਫ 124 ਕੇਸ ਦਰਜ ਕੀਤੇ, ਜਿਸ ਚੋਂ 118 ਓਪੋਨੈਂਟਸ ਨੇ ਤੇ 6 ਸਿਰਫ BJP ਦੇ।
ਬੀਜੇਪੀ ਈਡੀ ਔਰ ਸੀਬੀਆਈ ਦਾ ਰੱਜ ਕੇ ਦੁਰਉਪਯੋਗ ਕਰ ਰਹੀ ਹੈ। ਮੈਂ ਤੁਹਾਨੂੰ ਇਹਦਾ ਪੂਰਾ ਪ੍ਰਤੱਖ ਉਦਾਹਰਣ ਦੇ ਦਾਂਗਾ। ਇਹਨਾਂ ਦੇ 7 ਬੰਦੇ ਜਿਨ੍ਹਾਂ ਦਾ ਮੈਂ ਨਾਮ ਲਾਂਗਾ, ਫਿਰ ਉਹਨਾਂ ਦਾ ਡਿਟੇਲ ਵਾਈਜ਼ ਦੱਸਾਂਗਾ, ਜਿਨ੍ਹਾਂ ਬਾਰੇ ਸੀਬੀਆਈ ਔਰ ਈਡੀ ਅੱਖਾਂ ਮੂੰਦ ਕੇ ਬੈਠੀ ਹੈ। ਪਹਿਲਾ ਨਾਮ ਹੈ BS येदुरप्पा, ਦੂਜਾ ਬਿਲਾਰੀ ਆਪਣਾ ਰੈਡੀ ਬ੍ਰਦਰਸ, ਤੀਸਰਾ हेमंत बिश्नू शर्मा। ਜਿਹੜਾ ਤੁਸੀਂ ਪਹਿਲਾ ਨਾਮ ਲਿਆ ਨਾ ਨਵੀਨ ਜੀ, ਜਿਹੜਾ ਪਹਿਲਾ ਨਾਮ ਲਿਆ ਉਹਨਾਂ ਦਾ ਸਨਮਾਨ ਹੋ ਗਿਆ ਉਹਨਾਂ ਦਾ, ਅੱਜ ਬੋਲੋਗੇ? ਨਹੀਂ, ਸਨਮਾਨ ਉਹਨਾਂ ਦਾ ਸਨਮਾਨ ਤੇ ਹੋਣਾ ਹੀ ਹੈ, ਸਰਕਾਰ ਇਹਨਾਂ ਦੀ ਹੈ, ਭਾਵੇਂ ਸਨਮਾਨ ਕਰੀ ਜਾਣ। ਉਹਨਾਂ ਦੇ ਬਾਰੇ ਜਿਹੜੇ ਸੀਬੀਆਈ ਦਾ ਜਿਹੜਾ ਕੇਸ ਹੈਗਾ ਸੀ ਆਪਣਾ ਦੇ ਵਿੱਚ, that is I will describe to you in BS येदुरप्पा ਕੇਸ, ਇਹਦੇ ਵਿੱਚ ਟੋਟਲ ਰਿਕਵਰੀ ਹੋਈ ਹੈ ਆਪਣਾ, ਉਹਨਾਂ ਦੇ ਅੰਡਰ ਕਸਟਡੀ 'ਚ ਇੱਕ ਬੁੱਕ ਪਕੜੀ ਗਈ ਹੈ ਜਿਹਦੇ ਵਿੱਚ ਪੈਸੇ ਦਾ ਬੜਾ ਹੈਫਟੀ, ਬੜੀ ਲਾਰਜ ਅਮਾਉਂਟਸ ਦਾ ਜਜਿਸ, ਐਡਵੋਕੇਟਸ ਐਜ਼ ਵੈਲ ਐਜ਼ ਬੀਜੇਪੀ ਲੀਡਰਸ ਨੂੰ ਪੈਸਾ ਗਿਆ। ਉਸ ਦੀ ਇਨਕੁਆਰੀ ਅੱਜ 2011 onwards ਤੋਂ ਇਨਕੁਆਰੀ ਕਿੰਨੀ ਕੋ ਬੀਜੇਪੀ ਵਾਲੇ ਇਮਾਨਦਾਰ ਹੈ। हेमंत बिश्नू शर्मा ਤੇ ਆਜੋ, ਬੜਾ ਪ੍ਰਚਾਰ ਹੁੰਦਾ ਸੀ ਜਦੋਂ ਕਾਂਗਰਸ ਸਰਕਾਰ ਦੇ ਅੰਦਰ ਹੁੰਦੇ ਸੀ ਕਿ ਵਾਟਰਗੇਟ ਸਕੈਮ ਜਿਹੜਾ ਹੈਗਾ, ਜਿਹੜਾ ਆਪਣਾ US ਜਸਟਿਸ ਡਿਪਾਰਟਮੈਂਟ ਨੇ ਵੀ ਇਹਦੇ ਤੇ ਕਿਹਾ ਵੀ ਇੱਕ ਅਨਨੇਮਡ ਪੋਲੀਟੀਸ਼ੀਅਨ ਨੇ ਬ੍ਰਾਈਬ ਲਿੱਤੀ ਹੈ, ਉਹ ਅੱਜ ਵਾਸ਼ਿੰਗ ਪਾਊਡਰ ਨਾਲ ਧੁਲ ਗਿਆ। ਅੱਜ ਉਹਦੇ ਤੇ ਨਿਰਮਾ ਪਾਸ ਸਬਰਵਾਲ ਸਾਹਿਬ ਤੁਸੀਂ ਦੋਨਾਂ ਧਿਰਾਂ ਤੇ ਇਲਜ਼ਾਮ ਲਾਇਆ ਕਿ ਤੁਹਾਡੀ ਤਾਂ ਅੱਧੀ ਸਰਕਾਰ ਜਿਹੜੀ ਪਿਛਲੀ ਉਹ ਵੀ ਅੰਦਰ ਬੈਠੀ ਹੈ, ਹੁਣ ਤੇ ਵੀ ਦੁਰਵਰਤੋਂ ਹੋਈ ਏਜੰਸੀ ਦੀ। ਜੇ ਕੋਈ ਕਰਪਟ ਹੈ, ਸਾਡਾ ਕਾਂਗਰਸ ਪਾਰਟੀ ਉਹਦੀ ਅਸਾਈਲਮ ਨਹੀਂ ਕਰੇਗੀ, ਪਰ ਉਹਦੇ ਤੇ ਤੱਥੇ ਹੋਣੇ ਚਾਹੀਦੇ। ਤੁਸੀਂ ਯਾਦ ਕਰ ਲਓ ਸਬਰਵਾਲ ਸਾਹਿਬ, ਯਾਦ ਕਰ ਲਓ, ਤੁਸੀਂ ਭਾਰਤ ਭੂਸ਼ਣ ਆਸ਼ੂ ਦੇ ਮਾਮਲੇ 'ਚ ਧਰਨੇ ਮਾਰਦੇ ਤੁਸੀਂ ਉੱਥੇ। ਹੈਲੋ, ਸਾਡਾ ਪਾਰਟੀ ਦਾ ਸਟੈਂਡ ਸਪਸ਼ਟ ਹੈ, ਉਹ ਵੀ ਨੀਟ ਐਂਡ ਕਲੀਨ ਹੋਏਗਾ, ਉਹ ਵੀ ਵੈਂਡੇਟਾ ਪਾਲਿਸੀ ਹੈ, ਪ੍ਰੋਸੀਡਿੰਗ ਉਹਦੀ ਚਾਲੂ ਹੈ, ਪਰ ਅਸੀਂ ਕਿਸੇ ਵੀ ਕਰਪਟ ਆਦਮੀ ਦਾ ਅਸੀਂ ਪੱਖ ਨਹੀਂ ਲੈਂਦੇ। ਤੁਸੀਂ ਬੀਜੇਪੀ ਤੇ ਆ ਜਾਓ, ਪਰ ਤੁਸੀਂ ਬੀਜੇਪੀ ਤੇ ਆਓ, ਤੁਸੀਂ ਦੱਸੋ ਵੀ हेमंत बिश्नू शर्मा ਦੇ ਉੱਤੇ ਜਿਹੜੇ ਐਲੀਗੇਸ਼ਨ ਸੀ BS येदुरप्पा ਤੇ ਸੀ, ਜਾਂ ਆਪਣਾ ਕਹਿਣ ਦਾ ਮਤਲਬ ਹੈਗਾ ਇਹ ਆਪਣਾ ਵਿਆਪਕ ਘੋਟਾਲੇ 'ਚ ਆਪਣਾ 40 ਬੰਦੇ ਮਿਸਟੀਰੀਅਸ ਤਰੀਕੇ ਨਾਲ ਮਰ ਗਏ, 40 ਬੰਦੇ ਜਿਹੜੇ। ਚਲੋ ਠੀਕ ਹੈ, ਮੈਂ ਲੈ ਲੂੰਗਾ, ਮੈਂ ਬੀਜੇਪੀ ਤੋਂ ਸਵਾਲ ਲੈਣਾ। ਪ੍ਰਸਮਜੀਤ ਸਿੰਘ, ਇਵੈਂਟ ਮੈਨੇਜਮੈਂਟ ਸਾਰੀਆਂ ਧਿਰਾਂ ਕਰਦੀਆਂ ਪਈਆਂ, ਜਿਹੜੀ ਸਰਕਾਰ ਨੇ ਹੁੰਦੀ, ਜਿਹੜੀ ਆਪੋਜੀਸ਼ਨ 'ਚ ਹੁੰਦੀ ਆ। ਆਮ ਆਦਮੀ ਪਾਰਟੀ ਨੇ ਵੀ ਕੀਤਾ, ਇਵੈਂਟ ਮੈਨੇਜ ਕੀਤਾ, ਐਡਾ ਵੱਡਾ ਆਪਣਾ ਕਾਫਲਾ ਕੱਢਿਆ, ਇਹ ਤੋਂ ਪਹਿਲਾਂ ਵੀ ਕੱਢਿਆ ਸੀਗਾ। ਕਾਂਗਰਸ ਨੇ ਰਾਹੁਲ ਗਾਂਧੀ ਹਰਾਂ ਵੇਲੇ ਕੱਢਿਆ। ਪ੍ਰਸਮਜੀਤ ਸਿੰਘ, ਇਹ ਪਬਲਿਕ ਵਿੱਚ ਕੀ ਸੁਨੇਹਾ ਦੇਣਾ ਚਾਹੁੰਦੇ ਆ ਕਿ ਸਰਕਾਰ ਬਿਲਕੁਲ ਹੀ ਉਹਨਾਂ ਨੂੰ ਜਾਣਬੁੱਝ ਕੇ ਫਸਾ ਰਹੀ ਹੈ? ਪ੍ਰਸਮਜੀਤ ਸਿੰਘ, ਜੇ ਸਬੂਤ ਇਹਨਾਂ ਕੋਲ ਹੈਗੇ, ਸਾਹਮਣਾ ਕਰਨਾ ਫਿਰ ਜਾਂਚ ਦਾ। ਪ੍ਰਸਮਜੀਤ ਸਿੰਘ, ਅਟਲ ਬਿਹਾਰੀ ਵਾਜਪਾਈ ਨੇ ਜਿਹੜੀ ਉਹ ਗੱਲ ਕਹੀ ਸੀ ਹੈਗੀ ਤੇ ਬੜੀ ਸਧਾਰਨ ਤੌਰ ਤੇ ਆ ਤੇ ਬਹੁਤ ਵਾਰੀ ਕੋਟ ਹੋ ਚੁੱਕੀ ਹੈ ਕਿ ਕਿਸੇ ਵੀ ਪ੍ਰਧਾਨ ਮੰਤਰੀ ਨੂੰ ਜਾਂ ਕੇਂਦਰੀ ਜਾਂ ਸੂਬੇ ਦੀ ਸਰਕਾਰ ਨੂੰ ਆਪਣਾ ਰਾਜ ਧਰਮ ਨਿਭਾਉਣਾ ਚਾਹੀਦਾ। ਹੁਣ ਤੇ ਇੰਨਾ ਕੁਝ ਰਿਹਾ ਹੀ ਨਹੀਂ ਹੈ, ਇਹ ਗੱਲ ਪੁਰਾਣੀ ਹੋ ਗਈ ਹੈ। ਹੁਣ ਤੇ ਇਹ ਆ ਵੀ ਸੱਤਾ 'ਚ ਹਲਕਾਏ ਹੋਏ ਕਿਵੇਂ ਸੱਤਾ 'ਚ ਆਉਣਾ, ਕਿਸੇ ਵੀ ਤਰੀਕੇ ਨਾਲ ਆ ਜਾਓ, ਬਲੱਡ ਸ਼ੈਡ ਕਰਕੇ ਆ ਜਾਓ, ਨਫ਼ਰਤ ਫੈਲਾ ਕੇ ਆ ਜਾਓ, ਪੈਸਾ ਦੇ ਕੇ ਆ ਜਾਓ, ਝੂਠੇ ਵਾਅਦੇ ਕਰਕੇ ਆ ਜਾਓ, ਲੋਕਾਂ 'ਚ ਇੰਪ੍ਰੈਸ਼ਨ ਜਿਹੜੀ ਰਾਜਨੀਤਿਕ ਜਮਾਤ ਆ ਉਹ ਕੋਈ ਚੰਗਾ ਨਹੀਂ। ਕਿਸੇ ਵੇਲੇ ਪੁਲਿਸ ਬਾਰੇ ਹੁੰਦਾ ਸੀ, ਡੰਡੇ ਬੜੇ ਮਾਰਦੇ ਸੀ, ਉਹ ਤੇ ਅੰਗਰੇਜ਼ਾਂ ਵੇਲੇ ਤੋਂ ਚੱਲਿਆ ਆਇਆ ਇੰਪ੍ਰੈਸ਼ਨ। ਹੁਣ ਕੋਈ ਰਾਜਨੀਤਿਕ ਲੋਕਾਂ ਬਾਰੇ ਵੀ ਐਉਂ ਲੱਗਦਾ, ਮੀਡੀਆ, ਥੈਂਕਸ ਟੂ ਮੀਡੀਆ, ਜਿਨ੍ਹਾਂ ਨੇ ਬਾਰ-ਬਾਰ ਉਹਨਾਂ ਬਾਰੇ ਗੱਲਾਂ ਪਹੁੰਚਾਈਆਂ, ਉਹ ਕੋਈ ਬਹੁਤੇ ਇਹ ਨਹੀਂ ਕਰਦੇ। ਰਹੀ ਗੱਲ ਜਿਹੜੇ ਅੱਜ ਦੇ ਮੁੱਦੇ ਦੀ ਹੈਗੀ ਕਿ ਆਮ ਆਦਮੀ ਪਾਰਟੀ ਨੇ ਆਪਣਾ ਮੋਰਲ ਸਟੈਂਡਰਡ ਹੀ ਇੰਨਾ ਹਾਈ ਚੱਕਤਾ ਸੀਗਾ ਕਿ ਉਹ ਕਦੀ ਵੀ ਮੇਨਟੇਨ ਰਹਿਣਾ ਨਹੀਂ ਸੀ, ਉਹ ਇੱਕ ਦਿਨ ਡਿੱਗਣਾ ਹੀ ਡਿੱਗਣਾ ਸੀ। ਤੇ ਅਸੀਂ ਕੱਟੜ ਇਮਾਨਦਾਰ ਤੇ ਕੱਟੜ ਦੇਸ਼ ਭਗਤ, ਇਹ ਬੜਾ ਔਖਾ ਹੁੰਦਾ, ਬਹੁਤ ਔਖਾ ਹੁੰਦਾ। ਦੇਸ਼ ਭਗਤ ਹੋਣਾ ਤੇ ਇਮਾਨਦਾਰ ਹੋਣਾ ਹੀ ਪੋਲੀਟੀਸ਼ੀਅਨ ਲਈ ਇੱਕ ਕਿਸਮ ਦਾ ਬਹੁਤ ਜ਼ਿਆਦਾ ਔਖੀ ਗੱਲ ਹੈ। ਕੋਈ ਵੀ ਦੁਨੀਆ ਦਾ ਮੈਨੂੰ ਇੱਕ ਵੀ ਪੋਲੀਟੀਸ਼ੀਅਨ ਦਿਖਾ ਦਿਓ ਜਿਹੜਾ ਇਮਾਨਦਾਰ ਹੋਵੇ। ਕੋਈ ਇੰਡੀਵਿਜੂਅਲ ਕੋਈ ਪਾਰਟੀ ਦੇ ਅੰਦਰ ਹੋ ਸਕਦੇ ਆ ਜਿਹੜੇ ਸਾਧੂ ਸੰਤਾਂ ਵਾਂਗੂ ਜੀਵਨ, ਉਹਨਾਂ ਨੂੰ ਕੋਈ ਸੁਣਦਾ ਵੀ ਨਹੀਂ ਆ, ਉਹ ਆਪਣਾ ਜੀਵਨ ਸਾਫ਼ ਸੁਥਰਾ ਰੱਖ ਕੇ ਭਾਵੇਂ ਆਜ਼ਾਦ ਹੋਣ ਜਾਂ ਪਾਰਟੀਆਂ 'ਚ ਹੋਣ, ਜੀ ਕੇ ਚਲੇ ਜਾਂਦੇ ਆ। ਪਰ ਐਜ਼ ਏ ਪੋਲੀਟੀਕਲ ਲੀਡਰ ਤੁਸੀਂ ਮੈਨੂੰ ਦੱਸੋ ਵੀ ਕਿਹੜੇ ਹੈਗੇ ਆ ਜਿਹੜੇ ਦੁੱਧ ਧੋਤੇ ਆ? ਫਿਰ ਆਪਾਂ ਨੇ ਏਡੇ ਵੱਡੇ ਸਟੈਂਡਰਡ ਬਣਾ ਲਏ ਆਪਣੇ ਲਈ, ਤੇ ਉਹਦੇ ਚੋਂ ਇੱਕ ਦਿਨ ਇਹੋ ਜਿਹਾ ਨਿਕਲਣਾ ਸੀ ਜਿਹੜਾ ਰੌਲਾ ਪੈ ਰਿਹਾ। ਮੈਂ ਕੱਲ 3-4 ਘੰਟੇ ਸਾਰੀ ਡਿਬੇਟ ਲਾਈਵ ਦੇਖੀ ਹੈ, ਜਿਹਦੇ ਵਿੱਚ ਕੇਜਰੀਵਾਲ ਵੀ ਆਏ, ਭਗਵੰਤ ਮਾਨ ਵੀ ਆਏ, ਸਿਸੋਦੀਆ ਵੀ ਆਏ। ਇੰਜ ਸਵੇਰੇ ਜਲਸਾ ਜਲੂਸ ਜਾ ਰਿਹਾ ਸੀਗਾ ਰਾਜਘਾਟ ਨੂੰ, ਜਿਵੇਂ ਇੱਕ ਬਹੁਤ ਵੱਡਾ ਸ਼ਹੀਦ ਜਿਹੜਾ ਕੁਰਬਾਨੀ ਦੇਣ ਜਾ ਰਿਹਾ ਤੇ ਸਰਕਾਰ ਵੱਲੋਂ ਪ੍ਰੈਸਮਜੀਤ ਸਿੰਘ ਆਪੋਜੀਸ਼ਨ ਕਰੇ ਕਿ ਜਦੋਂ ਆਪੋਜੀਸ਼ਨ ਇਹ ਕਹਿੰਦੀ ਹੈ ਸਾਨੂੰ ਫਸਾਇਆ ਜਾ ਰਿਹਾ ਤੇ ਉਹ ਪ੍ਰੋਟੈਸਟ ਵੀ ਨਾ ਕਰਨ, ਕਾਂਗਰਸ ਵੀ ਕਰਦੀ ਰਹੀ ਹੈ, ਆਮ ਆਦਮੀ ਪਾਰਟੀ ਵੀ ਕਰ ਰਹੀ ਹੈ, ਕਰ ਲੈਣ।
ਹਾਂ। ਕਰ ਲੈਣ 16 ਡਿਪਾਰਟਮੈਂਟ ਸਿਸੋਦੀਆ ਕੋਲ, 4 ਡਿਪਾਰਟਮੈਂਟ ਉਹਨਾਂ ਨੇ ਜਿਹੜੇ ਸਤਿੰਦਰ ਜੈਨ ਵਾਲੇ ਵੀ ਉਹਨਾਂ ਕੋਲ ਸੀ, ਹੋਮ ਸੀ, ਫਾਈਨੈਂਸ ਸੀ, ਸਾਰੇ ਜਾਣੀ ਇਹ ਠੀਕ ਕਹਿ ਰਿਹਾ ਕਿ ਅੱਧੀ ਸਰਕਾਰ ਤੇ ਉਹ ਚਲਾ ਰਹੇ ਸੀ। ਹੁਣ ਉਹਨਾਂ ਦਾ ਇਸ ਗੱਲ ਤੇ ਜਾਣਾ, ਗੱਲ ਤੇ ਜਵਾਬ ਦੇ ਦਿਓ, ਜਵਾਬ ਦੇ ਕੇ ਆਪਣਾ ਗੱਲ ਖਤਮ। 8 ਘੰਟੇ ਬੈਠੇ ਰਹੇ ਅੰਦਰ, ਉਹ ਸਾਰੀ ਗੱਲ ਦੀ ਕੁਛ ਉਹਨਾਂ ਕੋਲ ਡਾਕੂਮੈਂਟਰੀ ਐਵੀਡੈਂਸ ਹੈਗੇ ਆ ਜਿਹਦੇ ਉਹ ਜਵਾਬ ਮੰਗਦੇ ਆ, ਜਿਹਦੇ ਜਵਾਬ ਨਹੀਂ ਹੋਏ। ਗੱਲ ਤੇ ਇੰਨੀ ਹੈਗੀ ਹੈ। ਫਿਰ ਤੁਸੀਂ ਨਾਲੋਂ ਨਾਲ ਇਸ ਗੱਲ ਨੂੰ ਕਹੀ ਚੱਲੋ ਕਿ ਅਸੀਂ ਭਗਤ ਸਿੰਘ ਦੇ ਵਾਰਸ ਹਾਂ। ਇਹ ਇਹਨਾਂ ਦਾ ਬਿਆਨ ਹੈ ਸਿਸੋਦੀਆ ਦਾ ਕਿ ਅਸੀਂ ਭਗਤ ਸਿੰਘ ਦੇ ਵਾਰਸ ਹਾਂ, ਅਸੀਂ ਕਿਸੇ ਦੀ ਪਰਵਾਹ ਨਹੀਂ ਕਰਦੇ। ਭਾਈ ਉਹਨੂੰ ਵਿਚਾਰੇ ਨੂੰ, ਬੰਦੇ ਨੂੰ, 23 ਸਾਲ ਦੇ ਨੌਜਵਾਨ ਨੂੰ ਆਪਾਂ ਬਦਨਾਮ ਕਿਉਂ ਕਰਦੇ ਹਾਂ? ਕਿੱਥੇ ਉਹ ਤੇ ਕਿੱਥੇ ਅਸੀਂ? ਇਸ ਲਈ ਇਹ ਕਹਿ ਦੇਣਾ ਆਪਣੇ ਆਪ ਨੂੰ, ਸੈਲਫ ਸਰਟੀਫਿਕੇਸ਼ਨ ਲਗਾਤਾਰ ਸਾਰੀ ਆਮ ਆਦਮੀ ਪਾਰਟੀ ਲੱਗੀ ਹੈ ਇਹ ਕਹਿਣ ਕਿ ਸਾਡੇ ਨਾਲੋਂ ਸੁੱਚਾ ਉੱਚਾ ਕੋਈ ਨਹੀਂ, ਅਸੀਂ ਤੇ ਇੰਨੇ ਬੱਚਿਆਂ ਦਾ ਪ੍ਰਸਮ ਜੀ ਤੁਹਾਡੇ ਨਿਸ਼ਾਨੇ ਤੇ ਕੱਲੀ ਆਮ ਆਦਮੀ ਪਾਰਟੀ ਕਿਉਂ ਹੈ? ਸੈਲਫ ਸਰਟੀਫਿਕੇਸ਼ਨ ਤਾਂ ਸਾਰੀਆਂ ਪਾਰਟੀਆਂ ਦਿੰਦੀਆਂ ਪਈਆਂ। ਇਹਨਾਂ ਦੇ ਰਾਹੁਲ ਗਾਂਧੀ ਬੜੇ ਇਮਾਨਦਾਰ ਹੈ, ਇਹਨਾਂ ਦੇ ਸਾਰੇ ਆਗੂ ਹੀ ਬੜੇ ਇਮਾਨਦਾਰ ਹੈ, ਉਹਨਾਂ ਤੇ ਕੋਈ ਈਡੀ ਸੀਬੀਆਈ ਕਾਰਵਾਈ ਨਹੀਂ ਕਰ ਸਕਦੀ ਬੀਜੇਪੀ ਤੇ। ਮੈਂ ਤੇ ਸ਼ੁਰੂ 'ਚ ਹੀ ਕਹਿਤਾ ਕਿ ਕੋਈ ਵੀ ਪਾਰਟੀ ਇਮਾਨਦਾਰ ਨਹੀਂ ਹੈ, ਪਰ ਇਹ ਪਾਰਟੀ ਆਪਣਾ ਫੰਡਾ ਇਹ ਲੈ ਕੇ ਆਈ ਕਿ ਅਸੀਂ ਟੋਟਲ ਇਮਾਨਦਾਰ ਹਾਂ, ਕੱਟੜ ਇਮਾਨਦਾਰ ਹਾਂ। ਮੈਂ ਤਾਂ ਹੋਰ ਕੀ ਕਹਿ ਰਿਹਾ, ਮੈਂ ਤਾਂ ਕਹਿੰਦਾ ਦੁਨੀਆ 'ਚ ਕੋਈ ਪੋਲੀਟੀਸ਼ੀਅਨ ਇਮਾਨਦਾਰ ਨਹੀਂ ਹੈਗਾ। ਪਰ ਤੁਸੀਂ ਜਦੋਂ ਏਜੰਡਾ ਆਪਣੇ ਲਈ ਤੈਅ ਇਹੋ ਜਿਹਾ ਕਰ ਲੋਗੇ, ਫਿਰ ਉਹਦੇ ਤੇ ਪੂਰਾ ਕਿਵੇਂ ਉਤਰੋਗੇ? ਨਹੀਂ ਪ੍ਰਸ਼ਨ ਜੀ, ਆਪਾਂ ਇਦਾਂ ਵੀ ਕਹਿ ਸਕਦੇ ਹਾਂ ਨਾ, ਆਪਾਂ ਇਦਾਂ ਵੀ ਕਹਿ ਸਕਦੇ ਹਾਂ ਸਾਰੇ ਪੋਲੀਟੀਸ਼ੀਅਨ ਇਮਾਨਦਾਰ ਨਹੀਂ ਹੈਗੇ, ਪਰ ਕੁਝ ਨੂੰ ਛੱਡ ਕੇ ਆਪਾਂ ਇਹ ਤਾਂ ਕਹਿ ਸਕਦੇ ਹਾਂ ਕਿ ਨਹੀਂ? ਕੁਛ ਉਹ ਤੇ ਮੈਂ ਪਹਿਲਾਂ ਹੀ ਕਿਹਾ ਵੀ ਕੁਝ ਇੰਡੀਵਿਜੂਅਲ ਹੋ ਸਕਦੇ ਆ। ਮੈਂ ਕਹਿੰਦਾ ਕਿ ਐਜ਼ ਏ ਕਲਾਸ ਜਿੰਨਾ ਪੈਸਾ ਵੱਡਾ ਆਉਂਦਾ, ਜਿਸ ਤਰੀਕੇ ਨਾਲ ਆਉਂਦਾ, ਹੁਣ ਇਹ ਕਹਿਣ ਜਿਸ ਤਰੀਕੇ ਨਾਲ ਉਹ, ਇਹ ਤੇ ਕੋਈ ਜਵਾਬ ਵਾਲੀ ਗੱਲ ਹੈ, ਕੋਈ ਏਡੀ ਗੱਲ ਨਹੀਂ ਹੈ। ਮੋٹے ਸਵਾਲ ਹੈਗੇ ਜੋ ਸੱਭਰਵਾਲ ਹੁਣੇ ਵੀ ਕਹਿ ਰਹੇ ਆ ਕਿ ਜੇ ਉਹ ਪਾਲਿਸੀ ਠੀਕ ਸੀਗੀ, ਸਟੇਟ ਦੇ ਹੱਕ 'ਚ ਸੀ, ਉਹ ਵਾਪਸ ਕਿਉਂ ਲਈ ਗਈ? ਇਹ ਸਭ ਤੋਂ ਵੱਡਾ ਸ਼ੱਕ ਖੜਾ ਕਰਦਾ। ਦੂਸਰੀ ਗੱਲ, ਜਿਹੜੇ ਵੀ ਐਵੀਡੈਂਸ, ਜਿਹੜੇ ਵਾਅਦਾ ਮਾਪ ਗਵਾਹ ਹੋ ਗਏ ਆ, ਦਿਨੇਸ਼ ਅਰੋੜਾ ਜਾਂ ਹੋਰ ਸਾਰੇ ਜਿਹੜੇ ਹੋ ਗਏ ਆ, ਉਹਨਾਂ ਦਾ ਜਵਾਬ ਕੀ ਆ? ਕੁਝ ਜਿਹੜੇ ਡਾਕੂਮੈਂਟਰੀ ਚਿੱਠੀਆਂ ਦਿਖਾਈਆਂ ਇਹਨਾਂ ਦੀਆਂ ਲਿਖੀਆਂ, ਜਿਹੜੀਆਂ ਵੈਸੇ ਡਾਕੂਮੈਂਟ ਵਿੱਚੋਂ ਖਤਮ ਹੋ ਗਈਆਂ, ਉਹਨਾਂ ਨੇ ਉਹਦਾ ਜਵਾਬ ਪੁੱਛਿਆ, ਕੋਈ ਜਵਾਬ ਨਹੀਂ ਸੀ। ਜਿਹੜੇ ਫੋਨ ਜਾਂ ਹੋਰ ਐਵੀਡੈਂਸ ਖਤਮ ਕੀਤੇ ਗਏ, ਇਸ ਵੇਲੇ ਤੁਹਾਨੂੰ ਪਤਾ ਇਹਨਾਂ ਦੇ ਉੱਤੇ ਪੈਸੇ ਦਾ ਨਹੀਂ ਹੈਗਾ, एविडेंस खत्म करने का सब तो सीरियस इल्जाम है। बहुत बड़ा एलिगेशन है। मैं आ रहा वापस आ रहे हैं, एक छोटा ब्रेक लूंगा, ब्रेक तो वापस आऊंगा। सवाल है ਜਿਹੜੇ ਸਾਰੇ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ, ਵਾਪਸ ਆ ਰਹੇ ਹਾਂ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਤੁਹਾਡੇ ਸਾਹਮਣੇ ਪਿਆ, ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਸੀਬੀਆਈ ਦੀ ਕਾਰਵਾਈ ਦੀ ਜਾਂਚ ਏਜੰਸੀ ਦੀ ਦੁਰਵਰਤ ਹੋਇਆ। ਮੇਜਰ ਮਲਹੋਤਰਾ, ਇੱਕ ਪਾਸੇ ਤੁਸੀਂ ਆਪਦੇ ਆਪ ਨੂੰ ਕੱਟੜ ਇਮਾਨਦਾਰ ਕਹਿੰਦੇ ਹੋ, ਤੁਹਾਡੇ ਲੀਡਰ ਤੇ ਸਬੂਤ ਮਿਟਾਉਣ ਦੇ ਇਲਜ਼ਾਮ ਲੱਗੇ ਹੈ ਮਲਹੋਤਰਾ ਸਾਹਿਬ। केपी जी पहला कोई क्राइम करन दा सबूत तां होवे, फिर तुसी कह सकदे हो ना सबूत मिटाउण दे इल्जाम। कोई क्राइम ही नहीं होया जद इन्हां कोल धेले दा एक पैसे दा सबूत नहीं है। ये पहला कदी कहंदे सी 1 करोड़, कदी कहंदे सी 10 करोड़, कदी कहंदे सी 10,000 करोड़। असीं तां सिर्फ इन्हां नूं ये हाथ जोड़ के बेनती करदे हां कि जनता दे अगे कोई एक डॉक्यूमेंटरी प्रूफ ले आओ कि एक पैसे दी भी हेरा फेरी हुई है, एक पैसे दी भी। ਅਸੀਂ ਤੁਹਾਨੂੰ ਸਵਾਲ ਨਹੀਂ ਕਰਾਂਗੇ। ਚਲੋ ਮਲਹੋਤਰਾ ਸਾਹਿਬ, ਮਲਹੋਤਰਾ ਦੱਸ ਦਿਓ ਪਾਲਿਸੀ ਰੋਲ ਬੈਕ ਕਿਉਂ ਕੀਤੀ ਤੁਸੀਂ? ਦੇਖੋ ਇਹ ਗਵਰਨਮੈਂਟ ਦਾ ਪ੍ਰੈਰੋਗੇਟਿਵ ਹੈ, ਗਵਰਨਮੈਂਟ ਪਾਲਿਸੀ ਬਣਾ ਸਕਦੀ ਹੈ, ਰੋਲ ਬੈਕ ਕਰ ਸਕਦੀ ਹੈ, ਚੇਂਜ ਕਰ ਸਕਦੀ ਹੈ, ਮਿਟਾ ਸਕਦੀ ਹੈ ਉਹਨੂੰ। ਤੁਸੀਂ ਇਸ ਤੇ ਥੋੜੀ ਗਵਰਨਮੈਂਟ ਨੂੰ ਕੁਐਸਚਨ ਕਰ ਸਕਦੇ ਹੋ। ਕੁਝ ਗਲਤ ਤਾਂ ਨਹੀਂ ਸੀ ਹੁੰਦੇ ਜੇ ਤੁਸੀਂ ਰੋਲ ਬੈਕ ਕਰਨੀ ਵੀ ਤੁਹਾਨੂੰ? ਐਬਸੋਲੂਟਲੀ। ਦੇਖੋ ਅਸੀਂ ਲੋਕਾਂ ਦੇ ਹਿੱਤ ਦੀ, ਸਮਾਜ ਦੇ ਹਿੱਤ ਦੀ ਔਰ ਸਰਕਾਰ ਦੇ ਹਿੱਤ ਦੀ ਪਾਲਿਸੀਜ਼ ਬਣਾਉਣੀਆਂ ਹੈਗੀਆਂ। ਜੇ ਕਿਧਰੇ ਕੋਈ ਸਾਨੂੰ ਲੱਗਦਾ ਉਸ 'ਚ ਇੰਪਰੂਵਮੈਂਟ ਹੋ ਸਕਦੀ ਹੈ ਜਾਂ ਕਿਧਰੇ ਕੋਈ ਗਲਤੀ ਹੈਗੀ ਹੈ, ਜੋ ਗਵਰਨਮੈਂਟ ਦੇ ਕੋਲ ਰਾਈਟ ਹੈਗਾ ਬਣਾਉਣ ਦਾ। ਗੱਲ ਤਾਂ ਇਹ ਹੈ ਨਾ ਕਿ ਵੀ ਕਿਸੇ ਨੇ ਪੈਸਾ ਖਾਦਾ ਹੈ ਕਿ ਨਹੀਂ ਖਾਦਾ। ਹੁਣ ਭਾਜਪਾ ਜਿਹੜੀ ਹੈ ਲੱਖਾਂ ਕਰੋੜ ਰੁਪਇਆ ਅਦਾਨੀਆਂ ਅੰਬਾਨੀਆਂ ਨੂੰ ਦੇਤਾ, ਉਹਨਾਂ ਤੋਂ ਰਿਸ਼ਵਤ ਖਾਧੀ ਇਹਨਾਂ ਨੇ, ਜਿਸ ਦੇ ਨਾਲ ਲੋਕਤੰਤਰ ਖਰੀਦੇ, ਐਮਐਲਏ ਖਰੀਦੇ ਹੈਗੇ ਆ, ਸਾਰਿਆਂ ਦੇ ਅੱਗੇ ਸਾਹਮਣੇ ਹੈਗਾ। ਪਰ ਦੇਸ਼ ਦੀ ਬਦਕਿਸਮਤੀ ਇਹ ਹੈ ਕਿ ਸੀਬੀਆਈ ਇਹਨਾਂ ਕੋਲ ਹੈ, ਈਡੀ ਇਹਨਾਂ ਕੋਲ ਹੈ, ਸਾਰੀ ਫੋਰਸ ਇਹਨਾਂ ਕੋਲ ਹੈ, ਦਿੱਲੀ ਪੁਲਿਸ ਇਹਨਾਂ ਕੋਲ ਹੈ, ਸੋ ਇਹ ਡੰਡਾ ਇਹਨਾਂ ਕੋਲ ਹੈ, ਸੋ ਇਹ ਰਾਜੇ ਹੈਗੇ ਆ, ਬਾਕੀ ਸਾਰੇ ਚੋਰ ਹੈਗੇ। ਚਲੋ ਹਾਂ ਮਿਸਟਰ ਨਵੀਨ, ਮੈਂ ਆ ਰਿਹਾ ਦੀਵਾਨ ਜੀ, 1 ਮਿੰਟ ਆ ਰਿਹਾ ਦੀਵਾਨ ਜੀ। ਹਾਂ ਨਵੀਨ ਜੀ। ਜੀ ਮੈਂ ਬੋਲਣਾ ਚਾਹ ਰਿਹਾ ਸੀ, ਮੇਰੀ ਗੱਲ ਵਿਚਕਾਰ ਹੀ ਰਹਿ ਗਈ ਸੀ। ਬੀਜੇਪੀ ਵਾਲੇ ਆਪਾਂ ਨਾ ਬੜਾ ਥੋੜਾ ਸਾਈਡਲਾਈਨ ਕਰ ਦਿੰਦੇ ਆ ਬੀਜੇਪੀ ਨੂੰ। ਬੀਜੇਪੀ ਜਿਹੜੀ ਪਾਲਿਸੀ ਲੈ ਕੇ ਚੱਲ ਰਹੀ ਹੈ ਬਾਈ ਹੁੱਕ ਬਾਈ ਕਰੁਕ, ਇਹਨਾਂ ਨੂੰ ਸੱਤਾ ਲੈਣੀ ਹੈ। ਇਹਨਾਂ ਦੀ ਮੋਰੈਲਿਟੀ ਦਾ ਕੋਈ ਅਖਤਿਆਰ ਨਹੀਂ ਹੈ ਵੀ ਮੋਰੈਲਿਟੀ, ਕਿਉਂਕਿ ਜਿਹੜਾ ਰਾਜਨੀਤਿਕ ਪ੍ਰੋਫੈਸਰ ਸਾਹਿਬ ਜਿਹੜੀ ਗੱਲ ਕਰ ਰਹੇ ਸੀ ਕਿ ਰਾਜਨੀਤਿਕ ਜਿਹੜਾ ਚਰਿੱਤਰ ਤੇ ਨੈਤਿਕਤਾ ਦਾ ਬਿਲਕੁਲ ਪਤਨ ਹੋ ਚੁੱਕਿਆ। ਮੈਂ ਗੱਲ ਕਰ ਰਿਹਾ ਮੁਕੁਲ ਰਾਏ ਦੀ। ਮੁਕੁਲ ਰਾਏ ਜਿਹੜਾ ਟੀਐਮਸੀ ਦਾ ਲੀਡਰ ਸੀ, ਉਹਦੇ ਨਾਰਦਾ ਕੇਸ, ਸ਼ਾਰਦਾ ਕੇਸ 'ਚ ਇਹਨਾਂ ਨੇ
ਇੰਨਾ ਹਾਈਪ ਕੀਤਾ ਉਹਨੂੰ, ਉਸ ਤੋਂ ਬਾਅਦ ਉਹ ਬੰਦਾ ਇਹਨਾਂ ਕੋਲ ਆ ਗਿਆ ਕਿਉਂਕਿ ਇਹਨਾਂ ਨੇ TMC ਦੇ ਅਗੇਂਸਟ ਕੋਈ ਲੀਡਰ ਚਾਹੀਦਾ ਸੀ, ਉਹ ਆਪਣਾ ਇਹਨਾਂ ਸਟਿੰਗ ਕੇਸ ਵਿੱਚ। ਹੁਣ ਉਹ ਕਿੱਥੇ ਹੈ? ਉਹਦੇ ਖਿਲਾਫ CBI ED ਕਿੱਥੇ ਹੈ? ਰਮੇਸ਼ ਪੋਖਰਿਆਲ ਨਿਸ਼ੰਕ ਇਹਨਾਂ ਦਾ ਜਿਹੜਾ ਆਪਣਾ ਉੱਤਰਾਖੰਡ ਦਾ CM ਸੀ, ਉਹ ਬੰਦੇ ਦੇ ਉੱਤੇ ਹਾਈਡਰੋ ਇਲੈਕਟ੍ਰਿਕ ਔਰ ਆਪਣਾ ਲੈਂਡ ਮਾਈਨਿੰਗ ਦੇ ਉੱਤੇ ਇੰਨੇ ਸੀਰੀਅਸ ਚਾਰजेस ਸੀ, ਉਹ ਚਾਰजेस ਅੱਜ ਤੱਕ ਨਹੀਂ ਆਏ। ਔਰ ਉਸ ਤੋਂ ਬਾਅਦ ਹੁਣ ਉਹ ਵਾਪਸ ਤੋਂ ਆਪਣਾ ਹਿਊਮਨ ਰਿਸੋਰਸ ਮਿਨਿਸਟਰ ਇਨ ਸੈਂਟਰਲ ਗਵਰਨਮੈਂਟ ਹੈ। ਤੇ ਇਹ ਤੇ ਬਿਲਕੁਲ ਵੀ ਕਿਸੇ ਤਰੀਕੇ ਦੀ ਕਰਪਸ਼ਨ ਦੀ ਗੱਲ ਹੀ ਨਾ ਕਰਨ, ਕਿਉਂਕਿ ਇਹਨਾਂ ਦੀ ਅੱਖਾਂ ਮੁੰਦ ਲੀਆਂ ਆਪਣੀਆਂ, ਇਹ ਤੇ ਕੋਈ ਗੱਲ ਹੀ ਨਹੀਂ ਕਰਨਾ ਚਾਹੁੰਦੇ, ਨਾ ਕਿਸੇ ਦੇ ਉੱਤੇ ਕੋਈ ਐਲੀਗੇਸ਼ਨ ਇਹਨਾਂ ਦੀ ਤਰਫੋਂ। ਐਵਰੀਬਾਡੀ ਇਨ BJP ਇਜ਼ ਨੀਟ ਐਂਡ ਕਲੀਨ। ਬਾਕੀ ਰਹੀ ਗੱਲ ਮੇਰੀ ਆਮ ਆਦਮੀ ਪਾਰਟੀ ਤੋਂ, ਭਗਤ ਸਿੰਘ ਜੀ ਦੀਆਂ ਪੱਗਾਂ ਪਾਉਂਦੇ ਹੋ ਤੇ ਘੱਟੋ ਘੱਟ ਉਹਨਾਂ ਦਾ ਸਨਮਾਨ ਕਰੋ। ਇੱਕ ਇੰਨੇ ਮਹਾਨ ਕ੍ਰਾਂਤੀਕਾਰੀ ਨੂੰ ਤੁਸੀਂ ਆਪਣਾ ਆਈਡੀਅਲ ਮੰਨਿਆ ਤੇ ਪਲੀਜ਼ ਆਈਡੀਅਲ ਮੰਨਦੇ ਹੋ ਤੇ ਉਸ ਤਰੀਕੇ ਦੀ ਆਪਣੀ ਜਿਹੜੀ ਹੈ ਉਸ ਪਾਲਿਸੀ ਲਵੋ। ਜੇ ਤੁਹਾਡੀ ਪਾਲਿਸੀ ਗਲਤ ਨਹੀਂ ਸੀ, ਮੈਂ ਫਿਰ ਪੁੱਛਣਾ ਚਾਹ ਰਿਹਾ, ਫਿਰ ਤੁਸੀਂ ਵਾਪਸ ਕਿਉਂ ਲਿੱਤੀ? ਜਦ ਤੁਹਾਡੀ ਦਿੱਲੀ ਗਵਰਨਮੈਂਟ ਹੈ, ਤੁਸੀਂ ਇੱਕ ਵੈਲਫੇਅਰ ਕਰਨਾ ਚਾਹੁੰਦੇ ਹੋ। ਨਹੀਂ, ਹੁਣ ਜੇ ਇੱਕ ਪਾਲਿਸੀ ਬਣ ਗਈ ਤਾਂ ਤੁਸੀਂ ਉਹਨੂੰ ਚੇਂਜ ਵੀ ਨਹੀਂ ਕਰਨ ਦਿਓਗੇ। ਪ੍ਰੋਫੈਸਰ ਸਾਹਿਬ ਮੈਨੂੰ ਡਿਸਟਰਬ ਨਾ ਕਰੋ, ਮੈਂ ਤੁਹਾਨੂੰ ਡਿਸਟਰਬ ਨਹੀਂ ਕੀਤਾ। ਜਦੋਂ ਤੁਹਾਡੀ ਪਾਲਿਸੀ ਬੈਟਰਮੈਂਟ ਆਫ ਰੈਵਨਿਊ ਜਨਰੇਸ਼ਨ ਵਾਸਤੇ ਸੀ, ਤੁਸੀਂ ਕਿਉਂ ਵਾਪਸ ਲਿੱਤੀ? ਵਾਪਸ ਨਹੀਂ ਲੈਣੀ ਚਾਹੀਦੀ ਸੀ। तो सवाल ले लो, जो भी करते ड्राफ्टिंग करते कट करते। नवीन जी, ਇੱਕ ਸਿੱਧਾ ਜਿਹਾ ਸਵਾਲ ਹੈ ਕਿ ਇੱਕ ਸਰਕਾਰ ਨੂੰ ਆਪਣੀ ਪਾਲਿਸੀ ਚੇਂਜ ਕਰਨ ਦਾ ਹੱਕ ਨਹੀਂ ਹੈ? ਮੈਨੂੰ ਕਾਂਗਰਸ ਵਾਲੇ ਵੀਰ ਇਹ ਜਵਾਬ ਦੇ ਦੇਣ ਕਿ ਇੱਕ ਸਰਕਾਰ ਨੂੰ ਆਪਣੀ ਪਾਲਿਸੀ ਚੇਂਜ ਕਰਨ ਦਾ ਹੱਕ ਨਹੀਂ ਹੈ। ਮਲਹੋਤਰਾ ਸਾਹਿਬ ਨਵੀਨ ਜੀ ਇੱਕ ਮਿੰਟ ਮਲਹੋਤਰਾ ਸਾਹਿਬ ਕੋਰਟ ਵਿੱਚ ਜਸਟੀਫਾਈ ਕਰ ਦੋਗੇ ਤੁਸੀਂ ਪਾਲਿਸੀ ਰੋਲ ਬੈਕ ਦਾ? KP जी, it's absolutely, it's 100% in the domain of the government। कोई पॉलिसी बनाए, उन्हें खत्म करे, चेंज करे, कोई पॉलिसी ना ले आए, nobody can question। एक मिनट मिस्टर मल्होत्रा, मिस्टर मल्होत्रा, मैं थोड़ा टेक ले लिया, एक मिनट रुक जाओ मिस्टर मल्होत्रा, प्लीज मिस्टर मल्होत्रा, मैं रुक जाओ, मैं आ जाऊंगा सर, आ जाऊंगा। हाँ मिस्टर नवीन, हाँ बोलो। मैं पूछना चाह रहा कि ਤੁਹਾਨੂੰ ਓਵਰਆਲ ਪਾਲਿਸੀ ਰੋਲ ਆਊਟ ਕਿਉਂ ਕੀਤੀ? ਤੁਸੀਂ ਉਹਨਾਂ ਨੇ ਅਮੈਂਡਮੈਂਟ ਕਰਦੇ, ਤੁਸੀਂ ਦਿੱਲੀ ਦੀ ਚੁਣੀ ਸਰਕਾਰ ਹੋ, ਤੁਸੀਂ ਵਾਪਸ ਕਿਉਂ ਕੀਤਾ? ਕਿਉਂਕਿ ਤੁਹਾਡੇ ਫਲਾਸ ਹੈਗੇ ਸੀ ਉਹਦੇ ਅੰਦਰ, ਜਿਹੜੇ ਤੁਸੀਂ ਆਪਣੀ ਡਰਾਫਟਿੰਗ ਕੀਤੀ ਔਰ ਜਿਹੜੀ ਐਕਸਾਈਜ਼ ਪਾਲਿਸੀ ਦੇ ਅੰਦਰ ਡਰਾਫਟਿੰਗ ਸੀ ਉਹ ਐਂਟਾਇਰਲੀ ਡਿਫਰੈਂਟ ਹੈਗੀ ਸੀ। ਇਸ ਵਾਸਤੇ ਤੁਹਾਡੇ ਤੇ ਚਾਂਸਸ। ਚਲੋ ਠੀਕ, ਨਵੀਨ ਜੀ ਤੁਹਾਡਾ ਟੇਕ ਆ ਗਿਆ, ਹੁਣ ਰੁਕ ਜਾਓ ਪਲੀਜ਼। ਹਾਂ ਪ੍ਰਸਮਜੀਤ ਸਿੰਘ। ਨਹੀਂ ਮੈਂ ਤੇ ਇੰਨੀ ਕਹਿਣਾ ਚਾਹੁੰਦਾ, ਕਰ ਇਹ ਸਕਦੇ ਆ, ਕਰਨਾ ਵੀ ਚਾਹੀਦਾ। ਜੇ ਕੋਈ ਗਲਤੀ ਹੋ ਜੇ ਕੰਮ ਕਰਦੇ ਆ, ਵੈਸੇ ਕਲੈਕਟਿਵਲੀ ਗਲਤੀ ਹੁੰਦੀ ਨਹੀਂ। ਮਾਰਚ ਵਿੱਚ ਮਨੀਸ਼ ਸਿਸੋਦੀਆ ਦੇ ਘਰੇ ਮੀਟਿੰਗ ਹੋਈ ਸੀ, ਮਿਨਿਸਟਰ ਉਹਦੇ ਸਤਿੰਦਰ ਜੈਨ ਵੀ ਸੀ, ਹੋਰ ਮਿਨਿਸਟਰ ਵੀ ਸੀਗੇ, ਤੇ ਇਹ ਸਾਰੀ ਪਾਲਿਸੀ ਉਦੋਂ ਪੁਸ਼ ਕੀਤੀ ਗਈ। 2021 ਦੀ ਗੱਲ ਮੈਂ ਕਰ ਰਿਹਾ, ਮਾਰਚ ਦੀ। ਤਾਂ ਜੇ ਇਹਨਾਂ ਨੂੰ ਲੱਗਾ ਹੋਵੇ ਕਿ ਉਹ ਬੂਮਰੈਂਗ ਕਰ ਰਹੀ ਆ, ਲੋਕ ਸਾਡੇ ਵਿਰੁੱਧ ਜਾ ਰਹੇ ਆ, ਤੇ ਵਾਪਸ ਸਰਕਾਰ ਲੈ ਸਕਦੀ ਆ। ਇਹਨਾਂ ਨੇ ਪਹਿਲਾਂ 60% ਸਰਕਾਰੀ ਠੇਕੇ ਹੁੰਦੇ ਸੀ, 40% ਪ੍ਰਾਈਵੇਟ ਹੁੰਦੇ ਸੀ। ਇਹਨਾਂ ਨੇ ਖੁੱਲਾ ਸੱਦਾ ਦੇ ਕੇ ਜਿਹੜੇ ਮੈਨੂਫੈਕਚਰਰ ਆ ਦਾਰੂ ਵਾਲੇ, ਉਹਨਾਂ ਨੂੰ ਵੀ ਰਿਟੇਲ ਦੇ ਵਿੱਚ ਸਿੱਧਾ ਸਪਲਾਈ ਕਰਨ ਦੇ ਵਿੱਚ ਦੇਤਾ। ਉਹਦੇ ਨਾਲ ਹੋਇਆ ਕੀ ਕਿ ਘਰੋਂ ਘਰੀ ਜਾਣੀ ਠੇਕੇ, ਜਾਣੀ ਬਹੁਤ ਵੱਡੇ ਪੱਧਰ ਤੇ ਠੇਕੇ ਸ਼ਰਾਬ ਦੇ ਖੁੱਲਣ ਲੱਗ ਗਏ। ਉਦੋਂ ਇਹ ਜਸਟੀਫਾਈ ਕਰਦੇ ਸੀਗੇ ਮਲਹੋਤਰਾ ਸਾਹਿਬ ਕਿ ਦੇਖੋ ਜੀ, ਤੁਸੀਂ ਦੇਖੋ ਸਾਨੂੰ ਰੈਵਨਿਊ ਕਿੰਨਾ ਆਇਆ, ਰੈਵਨਿਊ ਕਈ ਗੁਣਾ ਵੱਧ ਗਿਆ, ਅਸੀਂ ਤਾਂ ਸਰਕਾਰ ਨੂੰ ਪੈਸੇ ਦੇਣੇ ਆ, ਮਾੜੀ ਗੱਲ ਇਹਦੇ ਚ ਕਿਹੜੀ ਆ? ਤੁਸੀਂ ਨਹੀਂ ਚਾਹੁੰਦੇ ਕਿ ਸਰਕਾਰ ਨੂੰ ਰੈਵਨਿਊ ਵਧੇ? ਵੀ ਜੇ ਸਰਕਾਰ ਨੂੰ ਰੈਵਨਿਊ ਵੱਧ ਰਿਹਾ ਸੀ, ਕਿ ਫਿਰ ਜਦੋਂ LG ਨੇ ਇਸ ਗੱਲ ਦਾ ਨੋਟਿਸ ਲੈ ਕੇ CBI ਦਾ ਨਾਂ ਲਿਆ, ਫਿਰ ਉਦੋਂ ਬਾਅਦ ਕਿਉਂ ਵਾਪਸ ਲਏ? ਪਹਿਲਾਂ ਲੈਂਦੇ ਤੇ ਠੀਕ ਸੀਗਾ। ਠੀਕ, ਗੱਲ ਸਾਰਾ ਸਵਾਲ ਇੰਨਾ ਹੈ। ਠੀਕ ਹੈ। ਦੀਵਾਨ ਅਰੋੜਾ ਜੀ, ਕਾਂਗਰਸ ਦੇ ਸਪੋਕਸਪਰਸਨ ਨਾਮ ਲੈ ਰਹੇ ਹਿੰਮਤ ਬਿਸਵਾ ਦਾ, ਯੈਦਿਯੂਰੱਪਾ ਦਾ, ਰੈਡੀ ਬ੍ਰਦਰਸ ਦਾ, ਉਸ ਤੋਂ ਬਾਅਦ ਉਹਨਾਂ ਨੇ ਮੁਕੁਲ ਵਾਸਨਿਕ ਦਾ ਵੀ ਜ਼ਿਕਰ ਕੀਤਾ, TMC ਵਾਲਾ। ਦੀਵਾਨ ਅਰੋੜਾ ਜੀ, ਤੁਹਾਡੇ ਕੋਲੇ ਕਾਂਗਰਸ ਇਹ ਪੁੱਛਦੀ ਪਈ ਹੈ, ਕਿਹੜਾ ਤੁਹਾਡੇ ਕੋਲੇ ਹਥਿਆਰ ਹੈ, ਕਿਹੜਾ ਤੁਹਾਡੇ ਕੋਲੇ ਵਾਸ਼ਿੰਗ ਪਾਊਡਰ ਹੈ ਕਿ ਤੁਹਾਡੇ ਲੀਡਰ ਹੈ ਜਿਹੜੇ ਉਹ ਦੁੱਧ ਤੋਤੇ ਹੋ ਜਾਂਦੇ? ਇਹ ਕਾਂਗਰਸ ਸਵਾਲ ਹੈ ਦੀਵਾਨ ਜੀ। KP ਸਿੰਘ ਜੀ, ਏਦਾਂ ਕਿ ਮੈਨੂੰ ਲੱਗਦਾ ਹੈ ਕਿ ਇਹਨਾਂ ਦੀ ਕਾਂਗਰਸ ਦੇ ਪ੍ਰਵਕਤਾ ਦੀ ਨਾ ਯਾਦਾਸ਼ਤ ਕਮਜ਼ੋਰ ਹੈ। ਤੁਸੀਂ ਦੇਖੋ, ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਪੰਜਾਬ ਦੇ ਵਿੱਚ ਲੈ ਕੇ ਜਾ ਰਹੇ ਆ, ਤੇ ਨਾਲ ਕਿਹੜੇ ਲੀਡਰ ਨੂੰ ਲੈ ਕੇ ਜਾ ਰਹੇ ਆ? ਜਿੰਨੇ ਘਰੋਂ ED ਨੇ 10 ਕਰੋੜ ਰੁਪਇਆ, ਜਿੰਨੇ ਭਾਂਜੇ ਦੇ ਘਰੋਂ ਮਾਈਨਿੰਗ ਮਾਫੀਆ ਦਾ ਫੜਿਆ। ਇਹ ਚੰਨੀ ਦਾ ਨਾਮ ਭੁੱਲ ਗਿਆ, ਔਰ ਉਹਨਾਂ ਨੇ ਨਾਲ ਉਹਨੂੰ ਭਾਰਤ ਜੋੜੋ ਯਾਤਰਾ 'ਚ ਕਸ਼ਮੀਰ ਤੱਕ ਲਾ ਕੇ ਗਏ ਉਸ ਵਿਅਕਤੀ ਨੂੰ। ਨਹੀਂ, ਤੁਹਾਡਾ ਸਵਾਲ ਮੈਂ ਲੈ ਰਿਹਾ ਦੀਵਾਨ ਜੀ, ਤੁਹਾਡਾ ਸਵਾਲ ਮੈਂ ਲੈ ਰਿਹਾ ਦੀਵਾਨ ਜੀ। ਇੱਕ ਮਿੰਟ, ਸਵਾਲ ਤੋਂ ਅਗਲਾ ਸਵਾਲ ਵੀ ਲੈ ਲਓ ਨਾ, ਨਾਲ ਹੀ ਅਗਲਾ ਸਵਾਲ ਵੀ ਲੈ ਲਓ। ਕੈਪਟਨ ਅਮਰਿੰਦਰ, ਇਹਨਾਂ ਨੂੰ ਪੁੱਛੋ, ਭਾਰਤ ਚਟਰਜੀ ਦੇ ਘਰੋਂ 100 ਕਰੋੜ ਰੁਪਇਆ ਨਹੀਂ ਫੜਿਆ ED ਨੇ। ਕਾਨਪੁਰ ਜਿਹੜਾ ਕੇਸਰ ਦਾ ਕੰਮ ਕਰਦਾ ਸੀ ਬੰਦਾ, ਉਹਨੇ ਕਰੋੜਾਂ ਰੁਪਏ ਨਹੀਂ ਫੜੇ। ਇਹਨਾਂ ਨੂੰ ਯਾਦ ਭੁੱਲ ਗਿਆ। ਜੇ ਅੱਜ CBI ED
ਜੇ ਕਰੋੜਾਂ ਰੁਪਏ ਫੜ ਰਹੀ ਹੈ ਭ੍ਰਿਸ਼ਟਾਚਾਰ ਦੇ ਤਹਿਤ, ਤੁਹਾਡੇ ਲੀਡਰਾਂ ਕੋਲੋਂ ਵੀ ਫੜ ਰਹੀ ਹੈ। ਚਲੋ ਦੀਵਾਨ ਜੀ, ਮੈਂ ਮੇਰਾ ਇੱਕ ਸਵਾਲ ਲੈ ਲਓ ਦੀਵਾਨ ਜੀ ਇੱਕ ਸਵਾਲ ਲੈ ਲਓ ਪਲੀਜ਼, ਇੱਕ ਸਵਾਲ ਲੈ ਲਓ। ਇੱਕ ਮਿੰਟ ਮਲਹੋਤਰਾ ਸਾਹਿਬ ਇੱਕ ਮਿੰਟ ਪਲੀਜ਼। ਦੀਵਾਨ ਜੀ, ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਤੇ ਕੋਈ ਈਡੀ ਦੀ ਜਾਂਚ ਪੈਂਡਿੰਗ ਹੈ ਸਰ? ਦੇਖੋ ਗੱਲ ਇਹ ਹੈ ਕਿ ਈਡੀ ਔਰ ਸੀਬੀਆਈ ਕੋਈ ਵੀ ਜਿਹੜੀ ਵੀ ਜਿਸ ਦੇ ਖਿਲਾਫ ਵੀ ਜਾਂਚ ਹੈਗੀ ਆ ਉਹਦੀ ਨਿਰੰਤਰ ਪ੍ਰਕਿਰਿਆ ਚੱਲ ਰਹੀ ਹੈ। ਸਰ ਮੈਂ ਤਾਂ ਇੱਕ ਸਵਾਲ ਕਰ ਰਿਹਾ, ਤੁਸੀਂ ਇੱਕ ਮਿੰਟ ਤੁਸੀਂ ਸਵਾਲ ਕੀਤਾ ਨਾ ਭਾਰਤ ਜੋੜੋ ਯਾਤਰਾ ਵਿੱਚ ਮਿਸਟਰ ਚੰਨੀ ਨੂੰ ਨਾਲ ਲੈ ਗਏ ਸੀਗੇ, ਤੇ ਮੈਂ ਤਾਂ ਸਵਾਲ ਕੀਤਾ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਤੇ ਕੋਈ ਈਡੀ ਦੀ ਜਾਂਚ ਪੈਂਡਿੰਗ ਹੈ ਜਾਂ ਨਹੀਂ? ਤੁਸੀਂ ਮੈਨੂੰ ਦੱਸੋ ਜੇ ਤੁਹਾਡੇ ਕੋਲ ਕੋਈ ਪ੍ਰੂਫ ਹੋਵੇ ਕਿ ਕੋਈ ਏਦਾਂ ਦੀ ਪ੍ਰਕਿਰਿਆ ਬੰਦ ਹੋਈ ਹੋਵੇ। ਸਰ ਮੈਂ ਪੁੱਛ ਰਿਹਾ ਜਾਂਚ ਪੈਂਡਿੰਗ ਹੈ ਜਾਂ ਨਹੀਂ, ਸਰ ਸਿੱਧਾ ਸਵਾਲ ਹੈ ਸਰ ਮੇਰਾ। ਪੈਂਡਿੰਗ ਹੈ ਔਰ ਉਹਦੀ ਪ੍ਰਕਿਰਿਆ ਚੱਲ ਰਹੀ ਹੈ। ਚਲੋ ਕੋਈ ਤੁਹਾਨੂੰ ਲਾਸਟ ਪਤਾ ਹੋਊਗਾ ਕੋਈ ਪ੍ਰਕਿਰਿਆ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ ਕਦੋਂ ਲੰਘਿਆ? ਆਪਾਂ ਅੱਜ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਡਾ ਜਿਹੜਾ ਵਿਜੇ ਨਾਇਰ, ਜਿਹੜਾ ਮਨੀਸ਼ ਸਿਸੋਦੀਆ ਜੀ ਦਾ ਮਿੱਤਰ ਹੈ, ਕੇਜਰੀਵਾਲ ਜੀ ਦਾ ਮਿੱਤਰ ਹੈ, ਚਲੋ ਬੜਾ ਵੱਡਾ ਠੀਕ ਹੈ। ਸਵਾਲ ਨੈਤਿਕਤਾ ਦਾ ਦੀਵਾਨ ਜੀ ਸਵਾਲ ਨੈਤਿਕਤਾ ਦਾ ਜਿਹੜਾ ਤੁਸੀਂ ਸਾਰੇ ਲੋਕ ਪੁੱਛਦੇ ਹੋ। ਇੱਕ ਮਿੰਟ ਮਿਸਟਰ ਮਲਹੋਤਰਾ, ਕੀ ਮਨੀਸ਼ ਸਿਸੋਦੀਆ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਜਾਂ ਤੁਹਾਨੂੰ ਉਹਨਾਂ ਦੀ ਛੁੱਟੀ ਕਰ ਦੇਣੀ ਚਾਹੀਦੀ ਹੈ? ਮਿਸਟਰ ਮਲਹੋਤਰਾ ਇੱਕ ਮਿੰਟ, ਮਿਸਟਰ ਦੀਵਾਨ ਇੱਕ ਮਿੰਟ ਪਲੀਜ਼, ਇੱਕ ਮਿੰਟ ਨਵੀਨ ਜੀ। ਸਾਨੂੰ ਜੇ ਰੱਤੀ ਮਾਤਰ ਵੀ ਸ਼ੱਕ ਹੋਏਗਾ ਉਹਨਾਂ ਤੇ ਕਿ ਉਹ ਗੜਬੜ ਕਰ ਸਕਦੇ ਨੇ ਜਾਂ ਉਹਨਾਂ ਨੇ ਕੀਤੀ ਹੈ ਤਾਂ ਅਸੀਂ ਤੁਹਾਡੇ ਕਹੇ ਤੋਂ ਬਿਨਾਂ ਹੀ ਉਹਨਾਂ ਦਾ ਅਸਤੀਫਾ ਲੈ ਲਵਾਂਗੇ। ਸਾਨੂੰ ਮਲਹੋਤਰਾ ਸਾਹਿਬ ਉਹਦੀਆਂ ਚੰਗੀਆਂ ਪਾਲਿਸੀਜ਼ ਕਰਕੇ ਉਹਨੂੰ ਟਾਰਗੇਟ ਕੀਤਾ। ਮਲਹੋਤਰਾ ਸਾਹਿਬ, ਸਤਿੰਦਰ ਜੈਨ ਨੂੰ ਵੀ ਇੰਨੇ ਮਹੀਨੇ ਹੋ ਗਏ ਜੇਲ੍ਹ 'ਚ ਬੈਠਿਆਂ ਨੂੰ, ਉਹ ਵੀ ਮੰਤਰੀ ਉਹਦੇ ਤੇ ਬਰਕਰਾਰ ਹੈ। ਬਿਲਕੁਲ, ਦੇਖੋ ਸਾਡੇ ਸਾਰੇ ਲੋਕ ਇਮਾਨਦਾਰ ਨੇ, ਉਹਨਾਂ ਨੂੰ ਸਿਰਫ ਤੇ ਸਿਰਫ ਉਹਨਾਂ ਦੀਆਂ ਚੰਗੇ ਕੰਮ ਕਰਕੇ ਚੰਗੀਆਂ ਪਾਲਿਸੀਜ਼ ਕਰਕੇ ਟਾਰਗੇਟ ਕੀਤਾ ਜਾ ਰਿਹਾ ਹੈ। ਮਲਹੋਤਰਾ ਸਾਹਿਬ ਮੈਂ ਤਾਂ ਸਵਾਲ ਕਰ ਰਿਹਾ ਮਲਹੋਤਰਾ ਸਾਹਿਬ, ਤੁਸੀਂ ਇੱਕ ਮਿੰਟ ਨਵੀਨ ਜੀ, ਮੈਂ ਸੈਗਮੈਂਟ ਤੁਹਾਡੇ ਕੋਲ ਨਹੀਂ ਆਉਂਗਾ। ਮਲਹੋਤਰਾ ਸਾਹਿਬ ਮੈਂ ਤਾਂ ਸਵਾਲ ਕਰ ਰਿਹਾ ਸੀ, ਤੁਸੀਂ ਸਿਆਸਤ ਬਦਲਣ ਆਏ ਸੀ ਸਰ, ਤੇ ਇਸ ਕਰਕੇ ਮੈਂ ਤੁਹਾਨੂੰ ਸਵਾਲ ਹੈ, ਜੋ ਕੱਟੜ ਇਮਾਨਦਾਰ ਸ਼ਬਦ ਤੁਸੀਂ ਵਰਤਦੇ ਹੋ ਤੇ ਨੈਤਿਕਤਾ ਦਾ ਪਾਠ ਤੁਸੀਂ ਦੂਜੀ ਪਾਰਟੀਆਂ ਨੂੰ ਪੜਾਉਂਦੇ ਹੋ, ਤਾਂ ਉਦੋਂ ਫਿਰ ਅਸਤੀਫਾ ਦੇ ਕੇ ਕਲੀਨ ਚਿੱਟ ਲੈ ਕੇ ਵਾਪਸ ਆ ਜਾਓ ਨਾ। ਕੌਣ ਰੋਕਦਾ ਸਰ? ਸਿਸੋਦੀਆ ਸਾਹਿਬ ਦਾ ਉਹਦਾ ਕੋਈ ਖੋ ਸਕਦਾ ਨਹੀਂ, ਤੇ ਇਹਦੇ ਨਾਲ ਕੀ ਅਸੀਂ ਉਹਨਾਂ ਨੂੰ ਜ਼ਿਆਦਾ ਮਜ਼ਬੂਤ ਨਹੀਂ ਕਰਾਂਗੇ? ਉਹਨਾਂ ਦੀ ਜਿਹੜੀ ਮਨਸ਼ਾ ਹੈਗੀ ਹੈ ਕਿ ਬਈ ਚੰਗੇ ਲੋਕਾਂ ਨੂੰ ਪਾਸੇ ਕੀਤਾ ਜਾਏ, ਜਿਹੜੇ ਚੰਗਾ ਕੰਮ ਕਰ ਰਹੇ ਉਸ ਤਾਂ ਉਹ ਕਾਮਯਾਬ ਹੋ ਜਾਣਗੇ। ਔਰ ਮੈਂ ਇੱਥੇ ਕਹਿ ਦੇਣਾ ਚਾਹਨਾ ਕਿ ਜਿਹੜੀ ਗੱਲ ਭਗਤ ਸਿੰਘ ਜੀ ਨੇ ਕਹੀ ਸੀਗੀ ਕਿ ਸੇਵਾ ਦੇਸ਼ ਦੀ ਜ਼ਿੰਦਗੀ ਹੈ ਬੜੀ ਔਖੀ, ਗੱਲਾਂ ਕਰਨੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਚ ਪੈਰ ਰੱਖਿਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ। ਇੱਕ ਮਿੰਟ ਮਲਹੋਤਰਾ ਸਾਹਿਬ, ਭਗਤ ਸਿੰਘ ਹਰੀ ਕਦੇ ਇਹ ਕਹਿੰਦੇ ਸੀ ਵੀ ਮੈਂ ਇਕੱਠ ਕਰਕੇ ਜਾ ਰਿਹਾ ਤੇ ਮੈਨੂੰ ਗ੍ਰਿਫਤਾਰ ਕੀਤਾ ਜਾ ਸਕਦਾ? ਭਗਤ ਸਿੰਘ ਹਰੀ ਇਹ ਕਹਿੰਦੇ ਸੀਗੇ? ਨਹੀਂ ਦੇਖੋ, ਸਾਨੂੰ ਇਸ ਦਾ ਮਤਲਬ ਇਹ ਥੋੜੀ ਹੈ ਕਿ ਬਈ ਤੁਸੀਂ ਇਕੱਠ ਨਾ ਕਰੋ, ਜਾਂ ਤੁਸੀਂ ਬੰਦੇ ਨੂੰ ਪਤਾ ਸੀਗਾ ਕਿ ਬਈ ਭਾਜਪਾ ਦੀ ਨੀਅਤ ਖਰਾਬ ਹੈਗੀ ਹੈ ਔਰ ਇਹਨਾਂ ਨੇ ਮੈਨੂੰ ਅਰੈਸਟ ਕਰਨਾ ਹੀ ਕਰਨਾ ਹੈ, ਅਗਰ ਉਹ ਕੱਟ ਕਰਕੇ ਗਿਆ ਤਾਂ ਉਸ 'ਚ ਕੀ ਦਿੱਕਤ ਹੈਗੀ? ਚਲੋ ਮੈਂ ਇੱਕ ਹੋਰ ਛੋਟਾ ਬ੍ਰੇਕ ਲਊਂਗਾ, ਬ੍ਰੇਕ ਤੋਂ ਬਾਅਦ ਆਖਰੀ ਹਿੱਸੇ ਜਾਊਂਗਾ। ਨਵੀਨ ਜੀ ਆਖਰੀ ਹਿੱਸੇ 'ਚ ਆ ਰਿਹਾ ਸਿਸੋਦੀਆ ਤੇ ਸਿਆਸੀ ਸੰਗਰਾਮ ਕਿਉਂ? ਸਵਾਲ ਨੈਤਿਕਤਾ ਦਾ, ਸਵਾਲ ਕੇਂਦਰੀ ਜਾਂਚ ਏਜੰਸੀਆਂ ਦਾ, ਕਿਤੇ ਦੀ ਦੁਰਵਰਤੋਂ ਤਾਂ ਨਹੀਂ ਹੋ ਰਹੀ, ਸਵਾਲ ਬਹੁਤ ਸਾਰੇ ਹੈਗੇ। ਅਪੋਜੀਸ਼ਨ ਹੈ ਜਿਹੜੀ ਉਹ ਕੇਂਦਰੀ ਏਜੰਸੀਆਂ ਤੋਂ ਇੰਨੀ ਡਰੀ ਹੋਈ ਕਿਉਂ ਹੈ? ਵਾਪਸ ਆ ਰਿਹਾ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਤੇ ਵੱਡਾ ਸਵਾਲ ਤੁਹਾਡੇ ਸਾਹਮਣੇ ਪਿਆ, ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਸੀਬੀਆਈ ਦੀ ਕਾਰਵਾਈ ਕੀ ਜਾਂਚ ਏਜੰਸੀ ਦੀ ਦੁਰਵਰਤੋਂ ਹੈ? ਦੀਵਾਨ ਜੀ, ਜੇ ਅਦਾਲਤ ਵਿੱਚ ਤੁਸੀਂ ਉਹ ਦਸਤਾਵੇਜ਼ ਜਾਂ ਸੀਬੀਆਈ ਉਸ ਟਰੈਕ ਰਿਕਾਰਡ ਤੱਕ ਨਾ ਪਹੁੰਚ ਸਕੀ ਜੋ ਉਹਨਾਂ ਨੇ ਅਦਾਲਤ ਵਿੱਚ ਪ੍ਰੋਮਿਸ ਕੀਤਾ, ਦੀਵਾਨ ਜੀ, ਫਿਰ ਕੇਂਦਰੀ ਜਾਂਚ ਏਜੰਸੀ ਨੂੰ ਜਾਂ ਭਾਰਤੀ ਜਨਤਾ ਪਾਰਟੀ ਨੂੰ ਕੀ ਜਵਾਬ ਦੇਣਾ ਚਾਹੀਦਾ ਦੇਸ਼ ਦੀ ਜਨਤਾ ਨੂੰ? ਮਿਸਟਰ ਅਰੋੜਾ ਦੇਖੋ ਏਦਾਂ ਕੇਪੀ ਜੀ, ਦਿਨੇਸ਼ ਅਰੋੜਾ ਜਿਹੜਾ ਸਰਕਾਰੀ ਗਵਾਹ ਬਣਿਆ ਉਹ ਸ਼ਰੇਆਮ ਕਹਿ ਰਿਹਾ ਕਿ ਭਾਈ ਜਿਹੜਾ 2 ਤੋਂ 12% ਕਮਿਸ਼ਨ ਕੀਤੀ ਗਈ, 6% ਇਹਨਾਂ ਨੇ ਸਾਡੇ ਕੋਲ ਨਗਦ ਦੇ ਰੂਪ ਦੇ ਵਿੱਚ ਕਿੱਕ ਬੈਕ ਲਿਆ ਔਰ ਉਹਦਾ ਸਟਿੰਗ ਫੜਿਆ ਗਿਆ। ਵਿਜੇ ਨਾਇਰ ਜਿਹੜਾ ਮਨੀਸ਼ ਸਿਸੋਦੀਆ ਦਾ ਮਿੱਤਰ, ਕੇਜਰੀਵਾਲ ਦਾ ਮਿੱਤਰ, ਸ਼ਰਾਬ ਕਾਰੋਬਾਰੀ, ਉਹ ਸਟੇਟਮੈਂਟ ਦੇ ਰਿਹਾ ਕਿ ਸਾਊਥ ਦੇ ਵਿੱਚੋਂ 30 ਕਰੋੜ ਰੁਪਏ ਦਾ ਕੈਸ਼ ਆਇਆ ਔਰ ਉਹ ਪੰਜਾਬ ਚੁਣਾਵ ਲਈ ਭੇਜਿਆ ਗਿਆ। ਇਹ ਉਹਦੀ ਸਟੇਟਮੈਂਟ ਹੈ ਵਿਜੇ ਨਾਇਰ ਦੀ। ਇਹ ਕਿੱਥੇ ਤੋੜਨਗੇ? ਸੀਬੀਆਈ ਬਿਨਾਂ ਸਬੂਤ ਤੋਂ ਹੱਥ ਨਹੀਂ ਪਾਉਂਦੀ। ਦੀਵਾਨ ਜੀ ਇੱਕ ਮਿੰਟ ਦੀਵਾਨ ਜੀ ਮੇਰਾ ਸਵਾਲ ਲੈ ਲਓ। ਦੀਵਾਨ ਜਿਹੜੇ ਇੱਕ ਮਿੰਟ ਸੁਣ ਤਾਂ ਲਓ ਨਾ, ਦੀਵਾਨ ਜੀ ਸੁਣ ਲਓ ਸਰ, ਸੁਣ ਲਓ ਜਿਹੜੇ ਇੱਕ ਮਿੰਟ ਦੀਵਾਨ ਜੀ ਸਰ ਸਵਾਲ ਤਾਂ ਲੈ ਲਓ ਨਾ ਸਰ ਸਵਾਲ ਤਾਂ ਲੈ ਲਓ ਦੀਵਾਨ ਜੀ। ਗੱਲ ਇਹਨਾਂ ਦੀ ਇਮਾਨਦਾਰੀ, ਅਮਿਤ ਰਤਨ ਸਿੰਘ ਨੂੰ ਬਠਿੰਡੇ ਦੇ ਵਿੱਚ ਇਹਨਾਂ ਨੇ 5 ਤੇ ਛੋੜ ਦੇ ਦਿੱਤੀ ਕਿ ਭਾਈ ਉਹ ਸਰਪੰਚ ਨੂੰ ਮਨਾ ਲਓ।
ਉਹ ਸਰਪੰਚ ਨੂੰ ਬਣਾ ਲਓ। ਉਹ ਇਹ ਇਹਨਾਂ ਦੀ ਇਮਾਨਦਾਰੀ ਹੈ। ਚਰਾਜੀ ਨੂੰ ਅਜੇ ਤੱਕ ਪਾਰਟੀ ਤੋਂ ਬਾਹਰ ਨਹੀਂ ਕੱਢਿਆ। ਵਿਜੇ ਇੰਦਰ ਸਿੰਗਲਾ ਵੀ ਕੋਈ ਫੋਰੈਂਸਿਕ ਜਾਂਚ ਨਹੀਂ, ਕੋਈ ਆਡੀਓ ਟੇਪ ਜਿਹੜੀ ਆ ਲੋਕਾਂ ਨੂੰ ਨਹੀਂ ਦਿਖਾ ਸਕੇ, ਪੰਜਾਬ ਦੇ ਲੋਕਾਂ ਨੂੰ। ਇਹ ਆਪਣੇ ਆਪ ਨੂੰ ਕੱਟੜ ਇਮਾਨਦਾਰ ਸਮਝਦੇ ਆ। ਚਲੋ ਇੱਕ ਮਿੰਟ ਦੀਵਾਨ ਜੀ, ਤੁਸੀਂ ਆਪਦੇ ਆਪ ਨੂੰ ਕੱਟੜ ਇਮਾਨਦਾਰ ਮੰਨਦੇ ਹੋ? ਬਿਲਕੁਲ, ਅਸੀਂ ਬਿਲਕੁਲ ਕੱਟੜ ਇਮਾਨਦਾਰ ਆ। ਚਲੋ ਨਵੀਨ ਸੱਭਰਵਾਲ ਇੱਕ ਮਿੰਟ, ਮਲਹੋਤਰਾ ਸਾਹਿਬ ਫੋਨ ਰੱਖ ਦਿਓ ਸਾਹਿਬ, ਮਲਹੋਤਰਾ ਸਾਹਿਬ ਫੋਨ ਰੱਖ ਦਿਓ ਇੱਕ ਮਿੰਟ। ਨਵੀਨ ਜੀ, ਤੁਸੀਂ ਵੀ ਆਪਦੇ ਆਪ ਨੂੰ ਕੱਟੜ ਇਮਾਨਦਾਰ ਮੰਨਦੇ ਹੋ ਆਦੀ ਪਾਰਟੀ ਨੂੰ? ਕਾਈਂਡਲੀ ਪੁਆਇੰਟਰਸ ਕੋਈ ਭੇਜ ਦਿਓ। ਮਿਸਟਰ ਮਲਹੋਤਰਾ ਇੱਕ ਮਿੰਟ ਪਲੀਜ਼ ਰੁਕ ਜਾਓ। ਮਿਸਟਰ ਮਲਹੋਤਰਾ ਇੱਕ ਮਿੰਟ ਪਲੀਜ਼। ਪਹਿਲੇ ਮੈਂ बीजेपी ਦੇ ਪ੍ਰਵਕਤਾ ਜੀ ਦਾ ਜਵਾਬ ਦੇਣਾ ਚਾਹੁੰਦਾ। ਇਹਨਾਂ ਦੇ ਉੱਤੇ ਕਾਬਤ ਬੜੀ ਸਹੀ ਹੈ, ਸਹੀਆ ਵੇ ਕੋਤਵਾਲ ਤੋਂ ਅਬ ਡਰ ਖਾਏਗਾ। ਠੀਕ ਹੈ। ਦੂਜੀ ਇਹਨਾਂ ਜਿਹੜੀ ਕੱਟੜ ਇਮਾਨ ਗਈ, ਇਹ ਕਹਿੰਦੇ ਛੱਜ ਤੇ ਬੋਲੇ ਛਾਲਨੀ ਕੇ ਬੋਲੇ ਜਿੱਦੇ ਦੀ ਸੋਚ ਹੈ। ਮੈਂ ਉਹ ਕੁਐਸਚਨ ਪੁੱਛਣਾ ਚਾਹੁੰਦਾ, ਰਮੇਸ਼ ਪੋਖਰਿਆਲ ਨਿਸ਼ੰਕ ਉੱਤਰਾਖੰਡ ਦਾ ਸੀਐਮ, ਤੁਹਾਡੀ ਇੰਨੀ ਰੈਪੂਟੇਸ਼ਨ ਉੱਤੇ ਖਰਾਬ ਹੋ ਗਈ, ਤੁਸੀਂ ਉਹਨੂੰ ਸੀਐਮਸ਼ਿਪ ਤੋਂ ਹਟਾਤਾ। ਮੈਂ ਪੁੱਛਣਾ ਚਾਹੁੰਦਾ 10 ਸਾਲ 11 ਸਾਲ ਹੋ ਗਏ ਉਹਦੇ ਤੇ, ਨਾ ਤੇ ਸੀਬੀਆਈ ਨੇ ਕੋਈ ਕੇਸ ਪਾਇਆ, ਨਾ ਉੱਤਰਾਖੰਡ ਸਰਕਾਰ ਨੇ ਕੋਈ ਕਾਰਵਾਈ ਕੀਤੀ। ਉੱਤੋਂ ਤੁਸੀਂ ਉਹਨੂੰ ਮਾਨਵ ਸੰਸਾਧਨ ਮੰਤਰੀ ਬਣਾਤਾ। ਤੁਸੀਂ ਕੀ ਇਮਾਨਦਾਰ ਹੋ? ਨਵੀਨ ਜੀ ਤੁਸੀਂ ਸਵਾਲ ਬੜਾ ਅੱਛਾ ਚੁੱਕਿਆ ਰਮੇਸ਼ ਪੋਖਰਿਆਲ ਨਿਸ਼ੰਕ ਦਾ। ਕੈਪਟਨ ਅਮਰਿੰਦਰ ਸਿੰਘ ਤੇ ਜਦੋਂ ਸਵਾਲ ਉੱਠੇ ਸੀ ਕੀ ਤੁਸੀਂ ਉਹਨਾਂ ਨੂੰ ਹਟਾਇਆ? ਮਿਸਟਰ ਚੰਨੀ ਦੇ ਭਤੀਜੇ ਦੇ ਸਵਾਲ ਉੱਠੇ ਕੀ ਤੁਸੀਂ ਉਹਨਾਂ ਨੂੰ ਹਟਾਇਆ? ਨਹੀਂ ਆਪਣੇ ਨੂੰ ਕੱਟੜ ਇਮਾਨਦਾਰ ਕਹਿ ਰਹੇ ਨੇ। ਹੁਣ ਦੋ ਪਾਰਟੀਆਂ ਕੱਟੜ ਇਮਾਨਦਾਰ ਹੋ ਗਈਆਂ, ਕਾਂਗਰਸ ਤੇ ਤੁਸੀਂ ਕਹਿ ਦਿਓ ਨਾ, ਤੁਸੀਂ ਇਹ ਗੱਲ ਕਹੋ ਅਸੀਂ ਕੱਟੜ ਇਮਾਨਦਾਰ ਨਹੀਂ ਹੈਗੇ, ਕਹੋ ਨਾ ਨਵੀਨ ਜੀ। ਮੈਂ ਕਹਾਂਗਾ ਕੱਟੜ ਇਮਾਨਦਾਰ ਨਹੀਂ ਹੈ। ਕਾਂਗਰਸ ਦੇ ਅੰਦਰ ਇਹ ਲੋਕਾਂ ਦਾ ਇੰਨਾ ਪ੍ਰਚਾਰ ਹੈ ਇਸ ਚੀਜ਼ ਉੱਤੇ, ਜਦਕਿ ਇਹਨਾਂ ਦੀ ਜਨਤਾ ਨਹੀਂ ਕੋਈ ਮਤਲਬ ਨਹੀਂ ਇਹਨਾਂ ਦਾ। ਕਿਉਂਕਿ ਪੰਜਾਬ ਦੇ ਅੰਦਰ ਜੋ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ, ਪੰਜਾਬ ਦੇ ਅੰਦਰ ਜੋ ਗੈਂਗਸਟਰਵਾਦ ਹੈ, ਚਾਰ ਕਤਲ ਹੋ ਜਾਂਦੇ हैं, जेल हो रही है। और इन्होंने अपना नेशनल लेवल पे ये दोनों पार्टियों ने एक ऐसा रूप बनाया सी कि असि ते एवें दे बंदे आवेंगे कि इंडिया है और यूके और यूएसए तो उत्ते चला जाएगा। पर इन्ने को मतलब कह सकते हैं कि इन्होंने अपनी नैतिकता खो दी है, राजनीति का स्तर गिरा दिया है। चलो ठीक है समझ तो ज्यादा समझते हैं कि देख के भी आंखों देखी भी निकल जा रहे हैं, कोई परवाह नहीं कर रहे किसी चीज की। इन्होंने कोई परवाह नहीं, जनता की तो बिल्कुल भी नहीं है। चलो ਜੇ ਰਮੇਸ਼ ਪੋਖਰਿਆਲ ਨਿਸ਼ੰਕ ਤੇ ਜਵਾਬ ਦੇ ਦੇਣ, ਮੈਂ ਇਹਨਾਂ ਦੀ ਸਾਰੀ ਗੱਲ ਇਹਨਾਂ ਦੀ ਮੰਨ ਲਵਾਂ। ਰਮੇਸ਼ ਇੱਕ ਮਿੰਟ ਕੇਪੀ ਜੀ ਇੱਕ ਮਿੰਟ ਦੀਵਾਨ ਜੀ ਸਰ ਸਵਾਲ ਸੁਣ ਲਓ ਸਰ। ਕਾਂਗਰਸ ਰਮੇਸ਼ ਇੱਕ ਮਿੰਟ ਨਵੀਨ ਜੀ ਤੁਹਾਡਾ ਹੀ ਸਵਾਲ ਲੈ ਰਿਹਾ। ਦੀਵਾਨ ਜੀ ਰਮੇਸ਼ ਪੋਖਰਿਆਲ ਨਿਸ਼ੰਕ ਦਾ ਇਹ ਸਵਾਲ ਕਰਦੇ ਪਏ, ਜਵਾਬ ਦੇਣਾ ਚਾਹੁੰਦੇ ਹੋ? ਦੇਖੋ ਜੀ, ਆਪਾਂ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਪ੍ਰਵਕਤਾ ਵਾ ਅਸੀਂ ਮਨੋਰੰਜਨ ਕਾਲੀਆ ਕੋਲੋਂ ਅਸਤੀਫਾ ਲਿਆ। ਪੰਜਾਬ ਤੋਂ ਨਹੀਂ ਹੈ ਜੀ, ਮਨੀਸ਼ ਸਿਸੋਦੀਆ ਦਿੱਲੀ ਤੋਂ ਹੈ। ਪੰਜਾਬ ਦੀ ਗੱਲ ਕਰਦੇ ਅਸੀਂ ਚੌਧਰੀ ਸਵਰਨਾ ਰਾਮ ਤੋਂ ਅਸਤੀਫਾ ਲਿਆ, ਉਹਨਾਂ ਤੇ ਵੀ ਐਲੀਗੇਸ਼ਨ ਲੱਗੇ ਸੀ। ਹਾਂ ਚਲੋ ਠੀਕ ਕਿਹੜੀ ਸਦੀ ਦੀ ਗੱਲ ਕਰ ਰਹੇ ਹੋ? ਇੱਕ ਮਿੰਟ ਮਿਸਟਰ ਮਲਹੋਤਰਾ ਇੱਕ ਮਿੰਟ। तो ये ਤਿੰਨੇ ਪਾਰਟੀਆਂ ਪਤਾ ਕੀ ਕਰਦੀਆਂ, ਜੋ ਤਾਂ ਤੁਹਾਨੂੰ ਲੱਗਦਾ ਵੀ ਹੁਣ ਜਵਾਬ ਨਹੀਂ ਹੈਗਾ ਉਦੋਂ ਕਹਿੰਦੇ ਪੰਜਾਬ ਤੇ ਫੋਕਸ ਕਰੀਏ, ਜਦੋਂ ਜਵਾਬ ਹੁੰਦਾ ਫਿਰ ਦਿੱਲੀ ਤੋਂ ਕਰਨਾਟਕ ਤੇ ਵੀ ਪਹੁੰਚ ਜਾਂਦੇ ਹੋ। हाँ मिस्टर मल्होत्रा लास्ट कमेंट ਤੁਹਾਡਾ। ਇੱਕ ਮਿੰਟ ਨਵੀਨ ਜੀ ਕੇਪੀ ਜੀ ਦੇਖੋ ਅਸੀਂ ਸਾਡੀ ਤਾਂ ਇਹੀ ਬੇਨਤੀ ਹੈ ਕਿ ਯਾਰ ਕੋਈ ਡਾਕੂਮੈਂਟਰੀ ਪ੍ਰੂਫ, ਕੋਈ ਫਿਜ਼ੀਕਲ ਪ੍ਰੂਫ ਤਾਂ ਦੇ ਦਿਓ ਕਿ ਸਾਡੇ ਬੰਦਿਆਂ ਨੇ ਬੇਈਮਾਨੀ ਕੀਤੀ। ਅਸੀਂ ਤੁਹਾਡੇ ਨਾਲ ਹਾਂ, ਅਸੀਂ ਨਹੀਂ ਤੁਹਾਨੂੰ ਰੋਕਦੇ, ਅਸੀਂ ਨਹੀਂ ਤੁਹਾਨੂੰ ਕੁਐਸਚਨ ਕਰਦੇ। ਇਹ ਇੱਕ ਤੇਲੇ ਦਾ ਇਹਨਾਂ ਦੇ ਕੋਲ। ਇੱਕ ਮਿੰਟ ਦੀਵਾਨ ਜੀ ਇੱਕ ਮਿੰਟ ਪਲੀਜ਼ ਸ਼ਰੇਆਮ ਕਹਿ ਰਿਹਾ ਬਸ ਉਹਦੇ ਕਹਿਣ ਤੇ। ਇਹ ਤਾਂ ਇਹੋ ਜੀ ਪਾਰਟੀ ਹੈ, ਉਹ ਤੁਹਾਨੂੰ ਯਾਦ ਹੋਣਾ ਸੁਕੇਸ਼ ਚੰਦਰ ਸ਼ੇਖਰ, ਉਹ ਜਿਹੜਾ ਕੌਨਮੈਨ ਹੈਗਾ, ਠੱਗ ਹੈਗਾ, ਇਹ ਪਾਰਟੀ ਤਾਂ ਉਹਦੇ ਪਿੱਛੇ ਜਾ ਕੇ ਵੀ ਲੁਕਣ ਨੂੰ ਤਿਆਰ ਹੈਗੀ ਹੈ। ਚਲ ਤੁਹਾਨੂੰ ਯਾਦ ਹੋਣਾ ਜਿਹੜਾ ਸੁਕੇਸ਼ ਚੰਦਰ ਸ਼ੇਖਰ ਦਾ ਇਲਜ਼ਾਮ ਲਗਾਇਆ ਸੀ ਔਰ ਜੈਨ ਤੇ ਲਗਾਇਆ ਸੀਗਾ, ਯਾਨੀ ਕਿ ਇਹਨਾਂ ਦਾ ਸਤਰ ਤਾਂ ਇੰਨਾ ਗਿਰ ਗਿਆ ਕਿ ਇਲਜ਼ਾਮ ਲਗਾਉਣ ਤੋਂ ਪਹਿਲਾਂ ਇਹ ਸੋਚਦੇ ਵੀ ਨਹੀਂ ਕਿਹੋ ਜਿਹੇ ਘਟਿਆ ਬੰਦੇ ਦੀ। ਠੀਕ ਹੈ ਦੀਵਾਨ ਜੀ ਮਲਹੋਤਰਾ ਸਾਹਿਬ ਪਲੀਜ਼ ਰੁਕ ਜਾਓ। ਹੁਣ ਪ੍ਰਸਮਜੀਤ ਸਿੰਘ ਦੀਵਾਨ ਜੀ ਇੱਕ ਮਿੰਟ। ਪ੍ਰਸਮਜੀਤ ਸਿੰਘ, ਜਦੋਂ ਮਨੀਸ਼ ਸਿਸੋਦੀਆ ਹਰਾ ਤੇ ਕਾਰਵਾਈ ਸ਼ੁਰੂ ਹੁੰਦੀ ਹੈ, ਜਾਂਚ ਦੇ ਦਾਇਰੇ ਵਿੱਚ ਉਹਨੂੰ ਲਿਆਂਦਾ ਜਾਂਦਾ, ਉਦੋਂ ਕਈ ਥਾਵਾਂ ਤੇ ਇਲੈਕਸ਼ਨ ਸੀਗੀਆਂ। ਹਿਮਾਚਲ ਵਾਲਾ ਮੁੱਦਾ ਵੀ ਸਾਡੇ ਸਾਹਮਣੇ ਆਇਆ ਕਿ ਇੰਚਾਰਜ ਹੈ ਜੀ ਇਸ ਲਈ ਰੌਲਾ ਪਾਇਆ ਜਾ ਰਿਹਾ। ਉਹ ਸਾਰਾ ਕੁਝ ਲੰਘ ਗਿਆ, ਐਮਸੀਡੀ ਦਾ ਮੇਅਰ ਬਣ ਤੱਕ ਇੰਤਜ਼ਾਰ ਕੀਤਾ ਗਿਆ, ਕਹਿੰਦੇ ਪੋਲੀਟੀਕਲ ਕੋਈ ਰੈਪੋਕੇਸ਼ਨ ਹੈ ਜਿਹੜੀ ਉਹ ਬੀਜੇਪੀ ਨੂੰ ਨਾ ਸਾਹਮਣਾ ਕਰਨਾ ਪਵੇ। ਪ੍ਰਸਮਜੀਤ ਸਿੰਘ, ਹੁਣ ਕਿਹੜੀ ਇਲੈਕਸ਼ਨ ਹੈ ਜਾਂ ਸਿਹਤ ਸਿੱਖਿਆ ਵਾਲਾ ਏਜੰਡਾ ਜਿਹੜਾ ਆਮ ਆਦਮੀ ਪਾਰਟੀ ਕਹਿ ਰਹੀ ਹੈ ਵੀ ਉਹਨੂੰ ਮਾਰ ਕਰਨ ਦੀ ਕੋਸ਼ਿਸ਼ ਹੈ? ਪ੍ਰਸਮਜੀਤ ਸਿੰਘ, ਕਿਤੇ ਤਾਂ ਕੋਈ ਸਟੈਂਡ ਹੋਊਗਾ ਨਾ ਸਰ? ਪ੍ਰਸਮਜੀਤ ਸਿੰਘ
ਦੇਖੋ ਦੋ ਗੱਲਾਂ ਆ, ਮੈਂ ਬਹੁਤਾ ਸਪੈਸੀਫਿਕ ਤੇ ਬਹੁਤ ਡਿਸਕਸ਼ਨ ਹੋ ਗਈ, ਇਹਦੇ ਚੋਂ ਨਿਕਲਣਾ ਕੁਝ ਨਹੀਂ ਹੈ। ਸਾਰੇ ਸੈਲਫ ਸਰਟੀਫਿਕੇਸ਼ਨ ਹੁੰਦੀ ਹੈ, ਮੈਂ ਆਪਣੇ ਆਪ ਨੂੰ ਆਪ ਹੀ ਸਰਟੀਫਿਕੇਟ ਦੇਣਾ ਕਿ ਮੇਰੇ ਨਾਲੋਂ ਸੁੱਚਾ ਕੋਈ ਨਹੀਂ, ਮੇਰੇ ਨਾਲੋਂ ਉੱਚਾ ਕੋਈ ਨਹੀਂ, ਮੇਰੇ ਨਾਲੋਂ ਇਮਾਨਦਾਰ ਕੋਈ ਨਹੀਂ। ਸਾਰੀ ਦੁਨੀਆ ਸਾਰਿਆਂ ਬਾਰੇ ਜਾਣਦੀ ਹੈ, ਜਿੰਨਾ ਮਰਜ਼ੀ ਆਪਾਂ ਕਹੀ ਜਾਈਏ। ਉਹ ਮੇਰੇ ਬਾਰੇ ਵੀ ਜਾਣਦੀ ਹੈ, ਉਹ ਕੇਪੀ ਬਾਰੇ ਵੀ ਜਾਣਦੇ ਆ, ਸਾਡੇ ਸਾਰੀਆਂ ਪਾਰਟੀਆਂ ਦੇ ਲੀਡਰਾਂ ਬਾਰੇ ਵੀ ਜਾਣਦੀ, ਕਿਉਂਕਿ ਉੱਥੋਂ ਹੀ ਤਾਂ ਪੈਸਾ ਆਉਂਦਾ ਸਾਰਾ, ਜਿਹੜਾ ਜਿਸ ਤਰ੍ਹਾਂ ਦਾ ਵੀ ਆਉਂਦਾ, ਕਿਉਂਕਿ ਉਹ ਤੇ ਜਾਣਦੇ ਹੀ ਆ ਬੰਦੇ ਜਿੱਥੋਂ ਆਉਂਦਾ। ਦੂਜੀ ਗੱਲ ਮੇਰੀ ਬੇਨਤੀ ਇਹ ਹੈ ਕਿ ਆਪਾਂ ਇਹ ਵੀ ਗੱਲ ਠੀਕ ਹੈ ਕਿ ਜਿਹੜੀਆਂ ਏਜੰਸੀਆਂ ਦਾ ਦੁਰਉਪਯੋਗ ਹੁੰਦਾ, ਜਿਹੜੀ ਵੀ ਸੱਤਾ 'ਚ ਪਾਰਟੀ ਹੁੰਦੀ ਆ, ਭਾਵੇਂ ਗਵਰਨਰ ਹੋਣ ਭਾਵੇਂ ਏਜੰਸੀਆਂ ਹੋਣ, ਉਹ ਉਹਦਾ ਦੁਰਉਪਯੋਗ ਕਰਦੀਆਂ, ਆਪਣਿਆਂ ਨੂੰ ਬਚਾਉਂਦੀਆਂ, ਦੂਜਿਆਂ ਨੂੰ ਝੰਬਦੀਆਂ। ਉਹ ਇਸ ਵੇਲੇ ਕੇਂਦਰੀ ਸਰਕਾਰ ਵੱਲੋਂ ਵੀ ਹੋ ਰਿਹਾ ਤਾਂ ਕਿ ਸੱਤਾ ਤੇ 2024 'ਚ ਕਬਜ਼ਾ ਜਮਾਇਆ ਜਾ ਸਕੇ। ਜਿਹੜੇ ਇਮਾਨਦਾਰੀ ਨਾਲ ਟੀਵੀ ਤੋਂ ਪਰਾਂ ਹੋ ਕੇ ਤੇ ਉਹ ਖੁਦ ਕਹਿੰਦੇ ਅਸੀਂ ਕਰਦੇ ਆ, ਕਰਨਾ ਆ, ਕਰੋ, ਤੁਸੀਂ ਕੀ ਕਰੋਗੇ, ਅਸੀਂ ਦਾਦਾਗਿਰੀ ਕਰਦੇ ਆ, ਅਸੀਂ ਦਾਦਾਗਿਰੀ ਕਰਾਂਗੇ। ਮਤਲਬ ਟੀਵੀ ਤੋਂ ਪਾਰ ਹੋ ਕੇ ਉਹ ਸ਼ਰੇਆਮ ਇਸ ਗੱਲ ਦਾ ਪ੍ਰਾਊਡ ਮਹਿਸੂਸ ਕਰਦੇ ਕਿ ਸਾਡੇ 'ਚ ਦਾਮਿਆਂ ਤੇ ਅਸੀਂ ਇਸ ਕਰਕੇ ਕਰਦੇ ਹਾਂ, ਤੁਸੀਂ ਕਰੋ, ਕਰਕੇ ਦਿਖਾਓ। ਇਹ ਇੱਕ ਬੜੀ ਖਤਰਨਾਕ ਟ੍ਰੈਂਡ। ਤੀਜੀ ਗੱਲ ਮੈਂ ਇਹ ਕਹਿਣਾ ਕਿ ਆਪਾਂ ਇੱਕ ਡੈਮੋਕ੍ਰੈਟਿਕ ਪੋਲਿਟਿਕਸ ਕਰਨ ਲਈ ਇਸ ਪਾਰਟੀ ਦਾ ਵੀ ਉਮੀਦ ਕੀਤੀ ਸੀ, ਕਿਉਂਕਿ ਮੈਂ ਨਾਲ ਹੀ ਸੀ ਸਾਲ ਇੱਕ, ਤੁਹਾਨੂੰ ਇਹਨਾਂ ਨੂੰ ਪਤਾ, ਮਲਹੋਤਰਾ ਹੋਣਾ ਨੂੰ ਵੀ ਪਤਾ। ਤੇ ਜਦੋਂ ਇਮਾਨਦਾਰ ਬੰਦਿਆਂ ਨੂੰ ਬਾਹਰ ਕੱਢਤਾ ਧੱਕੇ ਮਾਰ ਕੇ, ਸਾਨੂੰ ਪਤਾ ਲੱਗਾ ਵੀ ਇਹ ਤੇ ਉੱਤੇ ਕਬਜੀ ਪਾਇਆ, ਉੱਤੇ ਪੇਂਟ ਹੀ ਕੀਤਾ, ਅਸਲ ਚ ਅੰਦਰੋਂ ਇਮਾਨਦਾਰੀ ਵਾਲੀ ਕੋਈ ਬਹੁਤੀ ਗੱਲ ਹੈ ਨਹੀਂ। ਇਹ ਮੈਂ 2015 ਦੀ 28 ਮਾਰਚ 2015 ਦੀ ਗੱਲ ਕਰ ਰਿਹਾ। ਅੱਜ ਦੀ ਗੱਲ ਆ ਕਿ ਤੁਸੀਂ ਦੋ ਬੰਦਿਆਂ ਨੂੰ ਇੱਕ ਐਨ ਇੰਡਿਸਪੈਂਸੇਬਲ ਬਣਾਤਾ ਕਿ ਉਹ ਲੋਕਾਂ ਤੋਂ ਉੱਪਰ ਆ, ਉਹ ਕਾਨੂੰਨ ਤੋਂ ਵੀ ਉੱਪਰ ਆ, ਉਹ ਕਦੀ ਗਲਤ ਹੋ ਹੀ ਨਹੀਂ ਸਕਦੇ। ਉਹ ਤੇ ਦੇਵਤੇ ਉਤਰੇ ਆ, ਪਤਾ ਨਹੀਂ ਸਤਵੇਂ ਸਮਾਨ ਤੋਂ, ਉਹ ਤੇ 100 ਕਿਸਮ ਦੀਆਂ ਉਹਨਾਂ ਦੇ ਬਾਦਲਾਂ ਹੀ ਆ ਜਾਣ, ਡੈਣਾ ਚੜੇਲਾਂ ਆ ਜਾਣ, ਉਹਨਾਂ ਨੂੰ ਨਹੀਂ ਕੁਝ ਹੋ ਸਕਦਾ। ਇਹ ਤੁਸੀਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਕੀ ਗੱਲ ਉਹ ਬੰਦੇ ਨਹੀਂ ਹੈਗੇ, ਉਹ ਪੋਲੀਟੀਸ਼ੀਅਨ ਹੈਗੇ ਆ। ਮੈਂ ਇੱਕੋ ਨਿੱਕਾ ਸਵਾਲ ਕਰਕੇ ਸਾਰੀ ਗੱਲ ਸਮਝਾ ਦਿੰਦਾ ਕਿ ਰਾਮ ਰਹੀਮ ਜਿਵੇਂ ਇੱਥੇ ਪੇਸ਼ ਹੋਇਆ ਸੀ, ਤੇ ਜਿਵੇਂ ਅੱਜ ਵੀ ਉਹਦੇ ਭਗਤੇ ਗੱਲ ਕਹਿੰਦੇ ਆ ਕਿ ਸਾਡੇ ਉੱਤੇ ਗੁਰੂ ਨੂੰ ਫਸਾਇਆ ਗਿਆ, ਉਹ ਤੇ ਬਿਲਕੁਲ ਸੱਚਾ ਸੁੱਚਾ, ਉਹ ਤੇ ਉਹਦੇ ਨਾਲ ਉੱਚਾ ਕੋਈ ਨਹੀਂ। ਇਹ ਉਹਨਾਂ ਦਾ ਪ੍ਰੈਰੋਗੇਟਿਵ ਆ, ਉਹਨਾਂ ਦੀ ਇੱਕ ਉਹਨਾਂ ਦੀ ਹਜੇ ਸਰ ਸਬੂਤ ਹੈ ਜਿਹੜੇ ਉਸ ਦੇ ਮੁਤਾਬਕ ਕੋਈ ਫੈਸਲਾ ਨਹੀਂ ਹੋਇਆ। ਪ੍ਰਸਮਜੀਤ ਸਿੰਘ, ਆਪਾਂ ਉਹਦੇ ਨਾਲ ਕੰਪੈਰੀਜ਼ਨ ਕਿਵੇਂ ਕਰ ਸਕਦੇ ਆ? ਉਹ ਮੈਂ ਇਹ ਨਹੀਂ ਕਹਿ ਰਿਹਾ, ਮੈਂ ਇਹ ਕਹਿ ਰਿਹਾ ਕਿ ਅੱਜ ਦੀ ਡੇਟ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਇੰਨੇ ਕਲੇਮ ਕਰ ਲਓ। ਜੇ ਤੁਸੀਂ ਕੰਪੈਰੀਜ਼ਨ ਕਰਨਾ, 2005 ਦੇ ਵਿੱਚ ਇੱਕ ਇਕੱਠ ਹੋਇਆ ਸੀਗਾ ਚੰਡੀਗੜ੍ਹ ਦੇ ਵਿੱਚ, ਤੁਹਾਨੂੰ ਯਾਦ ਹੋਊਗਾ, ਰਾਮ ਰਹੀਮ ਵਾਲਾ। ਜੇ ਤੁਸੀਂ ਉਹ ਕੰਪੈਰੀਜ਼ਨ ਕਰਨਾ ਤਾਂ ਉਹ ਤਾਂ ਬਹੁਤ ਵੱਡਾ ਇਕੱਠ ਸੀਗਾ, ਉੱਥੇ ਤੱਕ ਤਾਂ ਪਹੁੰਚ ਹੀ ਨਹੀਂ ਸਕਦੀਆਂ, ਸਿਆਸਤ ਨਹੀਂ ਪਹੁੰਚ ਸਕਦੀ, ਉਹ ਬਾਬੇ ਪਹੁੰਚ ਸਕਦੇ ਆ, ਉਹ ਡੇਰੇ ਵਾਲੇ ਪਹੁੰਚ ਸਕਦੇ ਆ, ਪ੍ਰਸਮਜੀਤ ਸਿੰਘ ਇਹ ਨਹੀਂ ਪਹੁੰਚ ਸਕਦੇ ਕੋਈ ਵੀ। ਨਹੀਂ ਮੈਂ ਠੀਕ ਕਹਿਣਾ, ਮੈਂ ਇਹ ਕਹਿਣਾ ਕਿ ਆਪਾਂ ਇਹੋ ਜਿਹੇ ਲੋਕਾਂ 'ਚ ਮਾਨਸਿਕਤਾ ਮੀਡੀਆ ਰਾਹੀਂ ਨਾ ਬਣਾਈਏ ਕਿ ਕੁਝ ਬੰਦੇ ਜਿਹੜੇ ਆ ਉਹ ਜੇ ਕਿਸੇ ਵੀ ਤਰੀਕੇ ਦੀ ਕੋਈ ਗੱਲ ਉਹਦੇ ਬਾਰੇ ਕਹਿ ਦਿਓ ਤੇ ਤੁਸੀਂ ਸਾਰੇ ਦੇ ਸਾਰੇ ਉਹਨਾਂ ਨੂੰ ਟੁੱਟ ਕੇ ਨਹੀਂ। ਪ੍ਰਸਮਜੀਤ ਸਿੰਘ ਪੋਲੀਟੀਕਲ ਪਾਰਟੀਆਂ ਪ੍ਰੋਟੈਸਟ ਕਿਵੇਂ ਕਰਨ ਫਿਰ? ਤੁਸੀਂ ਇੱਕ ਵਾਰ ਕਹਿ ਰਹੇ ਹੋ ਕਿ ਕੇਂਦਰੀ ਏਜੰਸੀ ਵਰਤੋਂ ਹੋ ਰਹੀ ਹੈ, ਕਾਂਗਰਸ ਵੀ ਪ੍ਰੋਟੈਸਟ ਕਰਦੀ ਹੈ, ਈਵੈਂਟ ਬਣਾ ਲੈਂਦੀ ਹੈ, ਆਮ ਆਦਮੀ ਪਾਰਟੀ ਪ੍ਰੋਟੈਸਟ ਕਰਦੀ ਹੈ, ਈਵੈਂਟ ਬਣਾ ਲੈਂਦੀ ਹੈ। ਪ੍ਰਸਮਜੀਤ ਸਿੰਘ ਕੀ ਕਰਨ ਫਿਰ? ਇਹ ਦੱਸੋ ਮੈਨੂੰ। ਦੇਖੋ ਮੈਂ ਪ੍ਰੋਟੈਸਟ ਦੇ ਵਿਰੁੱਧ ਨਹੀਂ ਹੈਗਾ, ਪਰ ਜੇ ਸੱਚੀ ਮੁੱਚੀ ਇਹ ਬਲੀਵ ਕਰਨ ਜਿਵੇਂ ਮਲਹੋਤਰਾ ਜੀ ਲਗਾਤਾਰ ਕਰ ਰਹੇ ਆ ਕਿ ਉਹ ਕੁਝ ਹੋ ਹੀ ਨਹੀਂ ਸਕਦਾ, ਕੋਈ ਬਲੀਵ ਕਰੂਗਾ ਇਸ ਗੱਲ ਨੂੰ ਕਿ ਕਿਤੇ ਇੱਕ ਪੈਸੇ ਦਾ ਨਹੀਂ। ਇਹ ਸਾਰਿਆਂ ਨੂੰ ਪਤਾ ਕਿ ਕਿਵੇਂ ਆਫਟਰ ਆਲ ਕੇਜਰੀਵਾਲ IRS ਅਫੀਸਰ, ਉਹਨਾਂ ਨੇ ਰਿਜ਼ਾਈਨ ਕਰਕੇ ਇਸ ਪਾਸੇ ਨੂੰ ਆਏ ਆ, ਉਹ ਉਹਨਾਂ ਦੇ ਰਾਈਟ ਹੈਂਡ ਆ, ਉਹਦੇ ਬਗੈਰ ਉਹ ਚੱਲੇ ਨਹੀਂ ਸਕਦੇ। ਕੇਜਰੀਵਾਲ ਕੋ ਆਪ ਤੇ ਕੋਈ ਸਰਕਾਰ ਨਹੀਂ ਹੈ, ਤੇ ਜੇ ਉੱਥੇ ਇਹੋ ਜਿਹੀ ਗੱਲ ਹੁੰਦੀ ਹੈ ਤੇ ਮੈਨੂੰ ਇੰਜ ਲੱਗਦਾ ਕਿ ਉਸ ਨੂੰ ਇੰਨੀ ਵੱਡੇ ਪੱਧਰ ਤੇ ਕਹਿਣਾ ਕਿ ਇੱਕ ਦੇਵਤਾ ਰੂਪੀ ਬੰਦੇ ਦੇ ਉੱਤੇ ਕਿਸੇ ਨੇ ਕਾਲਾ ਧੱਬਾ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਇਸ ਪੱਧਰ ਤੇ ਜਾਣ ਦੀ ਲੋੜ ਨਹੀਂ ਹੈ। ਮਲਹੋਤਰਾ ਸਾਹਿਬ ਇੱਕ ਆਖਰੀ ਸਵਾਲ, ਅਰਵਿੰਦ ਕੇਜਰੀਵਾਲ ਹਰਾਂ ਕੋਲੇ ਆਪਦੇ ਕੋਲ ਕੋਈ ਮਹਿਕਮਾ ਹੈਗਾ ਦਿੱਲੀ ਸਰਕਾਰ ਦੇ ਵਿੱਚ? ਦੇਖੋ ਹੀ ਇਜ਼ ਦ ਚੀਫ ਮਿਨਿਸਟਰ ਐਂਡ ਹੀ ਓਵਰਸੀਜ਼ ਆਲ ਦ ਡਿਪਾਰਟਮੈਂਟਸ। ਠੀਕ ਹੈ, ਉਹਨਾਂ ਨੇ ਡਿਪਾਰਟਮੈਂਟ ਵੰਡੇ ਹੋਏ ਆ, ਕੁਝ ਜਿਹੜੇ ਸਿਸੋਦੀਆ ਸਾਹਿਬ ਕੋਲ ਜ਼ਿਆਦਾ ਡਿਪਾਰਟਮੈਂਟ ਸੀ। ਇਟ ਇਜ਼ ਅ ਰਾਈਟ ਐਂਡ ਪ੍ਰੈਰੋਗੇਟਿਵ ਆਫ ਦ ਚੀਫ ਮਿਨਿਸਟਰ, ਉਹ ਆਪਣੇ ਕੋਲ ਕੀ ਰੱਖਦਾ ਕੀ ਨਹੀਂ ਰੱਖਦਾ। ਗੱਲ ਇਹ ਹੈ ਕਿ ਵੀ ਲੋਕਾਂ ਦੇ ਪੱਖ ਦੀ ਸਿਆਸਤ ਹੋਣੀ ਚਾਹੀਦੀ ਹੈ, ਲੋਕਾਂ ਨੂੰ ਫਾਇਦਾ ਹੋਣਾ ਚਾਹੀਦਾ, ਉਹ ਦਿੱਲੀ ਦੇ ਲੋਕਾਂ ਨੂੰ ਹੋ ਰਿਹਾ। ਚਲੋ ਅਰਵਿੰਦ ਕੇਜਰੀਵਾਲ, ਜੇ ਹੁਣ ਮਨੀਸ਼ ਸਿਸੋਦੀਆ ਦਾ ਕੋਈ ਲੰਬਾ ਕਾਲ ਰਹਿੰਦਾ ਰਿਮਾਂਡ ਤੋਂ ਬਾਅਦ ਵੀ, ਅੱਗੇ ਉਹਨਾਂ ਦੀ ਕਸਟਡੀ ਵੱਧਦੀ ਆ, ਕੀ ਅਰਵਿੰਦ ਕੇਜਰੀਵਾਲ ਕੁਝ ਮਹਿਕਮੇ ਲੈਣਗੇ ਮਲਹੋਤਰਾ ਸਾਹਿਬ? ਦੇਖੋ ਦਿੱਲੀ ਦੇ ਲੋਕਾਂ ਨੂੰ ਜੋ ਸਹੂਲਤਾਂ ਮਿਲ ਰਹੀਆਂ ਔਰ ਅੱਗੇ ਜੋ ਅਸੀਂ ਦੇਣੀਆਂ ਹੈਗੀਆਂ ਉਹ ਸਭ ਕੁਝ ਮਿਲੇਗਾ, ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਪਏਗਾ। ਇਹ ਜੇ ਇੱਕ ਮਨੀਸ਼ ਸਿਸੋਦੀਆ ਅੰਦਰ ਹੋਏਗਾ ਤਾਂ ਦੇਸ਼ ਦੇ ਵਿੱਚ ਹਜ਼ਾਰਾਂ ਮਨੀਸ਼ ਸਿਸੋਦੀਆ ਹੋਰ ਪੈਦਾ ਹੋਣਗੇ ਔਰ ਇਹ ਭਾਜਪਾ ਦਾ ਜਿਹੜਾ ਇਹ ਮਾੜਾ ਏਜੰਡਾ ਹੈਗਾ
ਕਿ ਪੂੰਜੀਪਤੀਆਂ ਨੂੰ ਅਮੀਰ ਕਰਨਾ ਤੇ ਆਮ ਲੋਕਾਂ ਨੂੰ ਦਬਾਉਣਾ, ਉਹ ਏਜੰਡਾ ਖਤਮ ਹੋ ਕੇ ਰਹੇਗਾ। ਚਲੋ ਬਹੁਤ ਬਹੁਤ ਧੰਨਵਾਦ ਨਵੀਨ ਸਬਰਵਾਲ। ਹੁਣ ਵਕਤ ਹੈ ਨਹੀਂ, ਜੇ 30 ਸੈਕਿੰਡ ਲੈਣੇ ਤਾਂ ਲੈ ਲਓ ਪਲੀਜ਼ ਫਟਾਫਟ। सर एक लास्ट बाइट देना चाहता मैं, लास्ट बाइट देना चाहता ਹਾਂ पंजाब के अंदर जंगल राज चल रहा है ਤੇ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਪਾਵਰ ਪੋਲਿਟਿਕਸ ਕਰ ਰਹੀ ਹੈ ਡੂ ਬਾਈ ਏਜੰਸੀਜ਼। ਇਹ ਹੈਗਾ ਇਹਨਾਂ ਦਾ ਜਨਤਾ ਨਾਲ ਕੋਈ ਸਾਰੋਕਾਰ ਨਹੀਂ ਹੈ, ਦੋਨਾਂ ਨੂੰ ਦੇਖ ਲਓ। ਚਲੋ ਬਹੁਤ ਧੰਨਵਾਦ ਨਵੀਨ ਸਬਰਵਾਲ ਤੁਹਾਡਾ, ਪ੍ਰੈਸ ਸਮਝੀ ਸਿੰਘ ਤੁਹਾਡਾ ਬਹੁਤ ਧੰਨਵਾਦ, ਮਿਸਟਰ ਮਲਹੋਤਰਾ ਤੁਹਾਡਾ ਬਹੁਤ ਧੰਨਵਾਦ, ਦਮਾਨ ਅਮਤਰੋੜਾ ਜੀ ਤੁਹਾਡਾ ਵੀ ਬਹੁਤ ਧੰਨਵਾਦ। ਸਿਸੋਦੀਆ ਤੇ ਸਿਆਸੀ ਸੰਗਰਾਮ ਕਿਉਂ? ਇਹ ਵੋਟ ਬੈਂਕ ਦੀ ਪੋਲਿਟਿਕਸ ਹੈ, ਜਨਤਾ ਦੇ ਵਿੱਚ ਆਪਦੇ ਆਪ ਨੂੰ ਕੱਟੜ ਇਮਾਨਦਾਰ ਵਜੋਂ ਪੇਸ਼ ਕਰਨ ਦੀ ਪੋਲਿਟਿਕਸ ਹੈ। ਕੀ ਹੈ ਸਾਰੀਆਂ ਧਿਰਾਂ ਕਹਿੰਦੀਆਂ ਅਸੀਂ ਇਮਾਨਦਾਰ ਹੈ, ਪਰ ਸਵਾਲ ਜਿਹੜੇ ਹੈ ਕਿ ਜੇ ਕੇਂਦਰੀ ਜਾਂਚ ਏਜੰਸੀ ਦੀ ਦੁਰਵਰਤੋਂ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਅਦਾਲਤ ਸਬੂਤ ਮੰਗਦੀ ਹੈ, ਤੇ ਉੱਥੇ ਸਬੂਤ ਕਿਹੜੇ ਕੌਣ ਕਿਵੇਂ ਰੱਖੇਗਾ, ਸਵਾਲ ਇਹੀ ਹੈ। ਤੇ ਜਿਹੜਾ ਨੁਕਸਾਨ ਆਮ ਆਦਮੀ ਦਾ ਹੋਊਗਾ ਜਾਂ ਹੋ ਰਿਹਾ ਉਹਦੀ ਭਰਪਾਈ ਕਿਵੇਂ ਹੋ ਸਕਦੀ ਹੈ, ਕਿਉਂਕਿ ਜਿਹੜੀਆਂ ਬਹਿਸਾਂ ਅਸੀਂ ਕਰਦੇ ਪਏ ਹਾਂ ਉਹਦੇ ਵਿੱਚ ਵੀ ਆਮ ਆਦਮੀ ਦਾ ਪੈਸਾ, ਆਮ ਆਦਮੀ ਦਾ ਸਮਾਂ ਲੱਗਦਾ ਹੈ। ਤੇ ਜੇ ਇਹਨਾਂ ਬਹਿਸਾਂ ਵਿੱਚੋਂ ਕੁਝ ਨਹੀਂ ਨਿਕਲਦਾ ਤਾਂ ਫਿਰ ਸਵਾਲ ਪੂਰੀ ਸਿਆਸਤ ਤੇ ਉੱਠਦੇ ਆ ਕਿ ਇਹਨਾਂ ਨੇ ਇਸ ਨੂੰ ਪੂਰੇ ਨੂੰ ਈਵੈਂਟ ਕਿਉਂ ਬਣਾਇਆ। ਬਹੁਤ ਧੰਨਵਾਦ।